ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। तेरे चरण की होए रहा सद तो नानक शरण तुहारिया पेखो सदा हजूर पेखो सदा हजूर। तुध आगे अरदास हमारी जियो पिंड सब तेरा कहो नानक सब तेरी वड्याई कोई ना हो न जाने मेरा। हो कृपाल स्वामी मेरे संता संग विहावे तुद भूले से जम जम मरते तिन कदे न चूकन हावे। ज्ञान ध्यान किश कर्म न जाना सार न जाना तेरी सब ते वड्डा सतगुरु नानक जिन कल राखी मेरी। सरना संत हमारी ओट सतानी संत हमारा गहना। तू मेरो मेर पर्वत स्वामी तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी। संत शरण जो जन परै संत शरण जो जन परै सो जन उदरण हार संत की निंदा नानका बहुर बहुर अवतार। अगम अगाध पार ब्रह्म सोए जो जो कहे सो मुक्ता होए।
ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਾਧ ਜਨਾ ਕੀ ਅਚਰਜ ਕਥਾ। ਤੂੰ ਸਾਹਿਬ ਗੁਣੀ ਨਿਦਾਨ, ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨ। आवो सिख सतगुरु के प्यारियो, गावो सच्ची बाणी। बाणी ता गावो गुरु केरी, बाणिया सिर बाणी। बाणिया सिर बाणी। दंडोत बंधन अनकबार, सर्व कला समरथ। डोलन तेरा को प्रभु, नानक दे कर हथ। सर्व कला भरपूर प्रभु, कृपा जामिनहार। जागै सिमरन उदरिया, नानक तिस बलिहार। जागै सिमरन उदरिया, नानक तिस बलिहार। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਓ ਨਿਰਵੈਰੀ। ਮੂਰਤ ਅਜੂਨੀ ਸੈਭੰ, ਸਾਧ ਜਪੰ ਆਦਿ ਸਚ ਜੁਗਾਦ ਸਚ, ਹੈਪੀ ਸੱਚ ਨਾਨਕ ਹੋਸੀ सच ਇਕ ਓੰਕਾਰ सतनाम ਕਰਤਾ निर्भव ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ, ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ मूरत अजूनी ਸੈਭੰ, ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ, ਹੈ ਵੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ, ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਆ ਜਿਹੜੇ ਪਿੱਛੇ ਬੈਠੇ ਅੱਗੇ ਆ ਜਾਓ ਭਾਈ, ਇੱਧਰ ਆ ਜਾਓ ਵਿਚਾਲੇ। ਅੱਗੇ ਆ ਜਾਓ ਪਿੱਛੇ ਬੈਠੇ ਜਿਹੜੇ। ਬੈਠ ਜਾਓ। ਧੰਨ ਗੁਰੂ ਨਾਨਕ 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 ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਡੰਡੌਤ ਬੰਦਨਾਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆਰੀ। ਸਤਿਨਾਮ 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 ਜੀ ਜਪੋ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ 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 ਜੀ। ਵਾਹਿਗੁਰੂ 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 ਜੀ। 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 ਅੱਜ ਬਹੁਤ ਇਹ ਦੁੱਖ ਭਰੀ ਖਬਰ ਹੈ ਕਿ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਸਾਡੇ ਬਚਪਨ ਤੋਂ ਹੀ ਮੁੜ ਤੋਂ ਹੀ ਮਹਾਂਪੁਰਖ ਸਾਥੀ ਸੀ। ਬਹੁਤ ਸਾਡਾ ਆਪਸ ਵਿੱਚ ਭਾਈਚਾਰਾ ਪਿਆਰ ਬੋਲੇ ਹੀ ਬਹੁਤ ਸੀ। ਫਿਰ ਹਜ਼ੂਰ ਸਾਹਿਬ ਦੀਆਂ ਸੇਵਾ ਤੇ ਸਾਡਾ ਆਪਸੀ ਸਾਂਝ ਬਹੁਤ ਸੀ। ਇੱਥੋਂ ਦੀ ਸੇਵਾ ਮਿਲਣ ਤੇ ਵੀ ਮਹਾਂਪੁਰਖ ਨਾਲ ਸਨ। ਅੱਜ ਉਹ ਸਰੀਰ ਕਰਕੇ ਵਿਛੋੜਾ ਦੇ ਗਏ ਨੇ। ਬਾਬਾ ਜੀ ਦੇ ਚਰਨਾਂ 'ਚ ਹੀ ਨੇ ਮੁੜ ਤੋਂ ਲੈ ਕੇ ਮਹਾਂਪੁਰਸ਼ ਚਰਨਾਂ ਵਿੱਚ ਹੀ ਰਹਿੰਦੇ, ਜਿਨ੍ਹਾਂ ਦਾ ਸਦਾ ਹੀ ਨਿਵਾਸ ਹੈ ਜਨਮ ਜਨਮ ਤੋਂ। ਆਪਾਂ ਸੁਣਦੇ ਹਾਂ ਸਾਰੇ ਕਿ ਜਿਹੜੇ ਪੰਜਾਬ ਦੇ ਕਿਸਾਨ ਖਾਸ ਕਰਕੇ ਆਪਦੀਆਂ ਕੁਝ ਮੰਗਾਂ ਨੂੰ ਲੈ ਕੇ ਕੋਈ ਆਉਣ ਵਾਲੇ ਸਮੇਂ ਤੋਂ ਇਹੋ ਜਿਹੇ ਕਾਨੂੰਨਾਂ ਤੋਂ, ਨੁਕਸਾਨਦਾਇਕ ਕਾਨੂੰਨਾਂ ਤੋਂ ਭੈ ਖਾਂਦੇ ਹੋਏ ਮੋਰਚਾ ਲਾ ਕੇ ਬੈਠੇ ਆ। ਜਿਨ੍ਹਾਂ ਦਾ ਮੋਰਚਾ ਸ਼ਾਂਤਮਈ ਕਈ ਮਹੀਨੇ ਪੰਜਾਬ 'ਚ ਚੱਲਿਆ, ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਪਈ। ਫਿਰ ਉਹ ਦਿੱਲੀ ਪਹੁੰਚੇ। ਸੜਕਾਂ ਤੇ ਬੈਠੇ ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਖ ਵੇਖ ਕੇ ਗਏ। ਇੱਥੋਂ ਪਤਾ ਲੱਗਦਾ ਕਿ ਉਹ ਜੋ ਉੱਥੇ ਹੋ ਰਿਹਾ ਹੈ, ਜਿਵੇਂ ਉਹ ਬੈਠੇ ਆ, ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਜਿਹੜੀ ਕਿ ਉਹਨਾਂ ਮਹਾਂਪੁਰਖਾਂ ਤੋਂ ਚੱਲੀ ਨਹੀਂ ਗਈ। ਇਹ ਕੋਈ ਉਹਨਾਂ ਤੋਂ ਦੇਖਿਆ ਨਹੀਂ ਗਿਆ। ਉਹਨਾਂ ਨੇ ਆਪਦੇ ਇਸ ਚੱਲ ਰਹੇ ਸੰਘਰਸ਼ ਵਿੱਚ ਆਪਦੀ ਕੁਰਬਾਨੀ ਦਿੱਤੀ ਹੈ, ਬਲੀਦਾਨ ਦਿੱਤਾ ਹੈ। ਆਪਣੇ ਆਪ ਨੂੰ ਗੋਲੀ ਮਾਰੀ, ਚਾਹੇ ਕਿਵੇਂ ਵੀ ਕੀਤਾ। ਕੋਈ ਟੈਨਸ਼ਨ ਦਾ ਮਰੀਜ਼ ਹੋਵੇ, ਇਹ ਕੁਝ ਕਰੇ, ਠੀਕ ਹੈ, ਉਹਨੂੰ ਕੋਈ ਦਿਮਾਗੀ ਤਕਲੀਫ ਸੀ। ਕੋਈ ਕਰਜ਼ੇ ਵਾਲਾ ਕਿਸਾਨ ਹੋਵੇ, ਕੋਈ ਹੋਰ ਦੁੱਖ ਤਕਲੀਫ ਦਾ ਮਾਰਿਆ ਹੋਵੇ, ਉਹਨੂੰ ਤਾਂ ਖੁਦਕਸ਼ੀ ਕਿਹਾ ਸਕਦਾ ਹੈ, ਕਿਹਾ ਜਾ ਸਕਦਾ ਹੈ, ਪਰ ਇਹਨੂੰ ਨਹੀਂ ਕਿਹਾ ਜਾ ਸਕਦਾ। ਜਿਹੜਾ ਕਿਸੇ ਦਾ ਵੇਖ ਕੇ ਦੁੱਖ ਨਹੀਂ ਚੱਲਣਾ, ਇਹ ਖੁਦਕਸ਼ੀ ਨਹੀਂ ਹੋ ਸਕਦੀ। ਕੋਈ ਨਿੱਜੀ
ਕਾਰਨ ਕਰਕੇ ਨਹੀਂ। ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਆ ਤੇ ਬਹੁਤ ਟੀਵੀ ਚੈਨਲ ਉਹਨਾਂ ਦੇ ਆ ਰੋਲੇ ਪਾ ਰਹੇ ਆ, ਸਰਕਾਰ ਦਾ ਹੀ ਸਭ ਕੁਝ ਹੁੰਦਾ ਹੈ। ਜਿਸ ਕੀ ਲਾਠੀ ਭੈਂਸ ਉਸੀ ਕੀ, ਸਭ ਕੁਝ ਸਰਕਾਰ ਦਾ ਹੈ। ਉਹ ਜੋ ਮਰਜ਼ੀ ਬੋਲੀ ਜਾਣ ਕਿ ਇਹ ਕਾਨੂੰਨ ਜਿਹੜੇ ਬਣਾਏ ਆ ਇਹ ਬਹੁਤ ਖੁਸ਼ਹਾਲੀ ਲਿਆਉਣਗੇ, ਬੜੇ ਕਰਜ਼ੇ। ਭਾਈ ਜਿਹੜੇ ਪੰਜਾਬ ਤੇ ਇੱਧਰ ਦੇ ਕਿਸਾਨ ਇਹਨਾਂ ਉੱਤਰੀ ਹਿੱਸਿਆਂ ਦੇ ਯੂਪੀ 'ਚ ਹੋਣ, ਪੰਜਾਬ 'ਚ ਹੋਣ, ਰਾਜਸਥਾਨ 'ਚ ਹੋਣ, ਕਿਸਾਨੀ ਆਈ ਹੀ ਜ਼ਿਆਦੀ ਇਹਨਾਂ ਦੇ ਹਿੱਸੇ ਵਿੱਚ, ਜਿਨ੍ਹਾਂ ਮਿਹਨਤਾਂ ਕੀਤੀਆਂ। ਜਿਹੜੇ ਕਿਸਾਨਾਂ ਦੇ ਪੁੱਤ DSP, DGP, DIG ਬੜੇ ਬੜੇ ਅਹੁਦਿਆਂ ਤੇ, ਕਿਸਾਨਾਂ ਦੇ ਪੁੱਤ ਫੌਜ ਵਿੱਚ ਕਰਨਲ, ਜਨਰਲ, ਬ੍ਰਿਗੇਡੀਅਰ, ਫੌਜ ਦੇ ਵਿੱਚ ਉੱਚੇ ਉੱਚੇ ਅਹੁਦਿਆਂ ਤੇ ਪਹੁੰਚ ਗਏ ਕਿਸਾਨਾਂ ਦੇ ਪੁੱਤ, ਪੁਲਿਸ ਵਿੱਚ ਪਹੁੰਚ ਗਏ, ਹਰ ਪਾਸੇ ਨੇਵੀ ਦੇ ਵਿੱਚ, ਏਅਰ ਫੋਰਸ ਵਿੱਚ, ਜਹਾਜ਼ਾਂ ਵਿੱਚ ਚੜ੍ਹ ਗਏ। ਕਿਸਾਨਾਂ ਦੀਆਂ ਧੀਆਂ, ਕਿਸਾਨਾਂ ਦੇ ਪੁੱਤ ਬਾਹਰਲੇ ਦੇਸ਼ਾਂ ਵਿੱਚ ਜਾ ਵੜੇ, ਕਿਸਾਨਾਂ ਦੇ ਪੁੱਤ ਬਾਹਰਲੀਆਂ ਸਟੇਟਾਂ 'ਚ ਜ਼ਮੀਨਾਂ ਲੈ ਲਈਆਂ ਇਹਨਾਂ ਪੰਜਾਬ ਦੇ ਕਿਸਾਨਾਂ ਦੇ ਪੁੱਤਾਂ ਨੇ। ਤੇ ਭਾਈ ਉਹਨਾਂ ਨੂੰ ਹੋਰ ਕਿਹੜੀ ਖੁਸ਼ਹਾਲੀ ਆਏਗੀ? ਉਹ ਤਾਂ ਖੁਸ਼ਹਾਲ ਨੇ। ਜਿਨ੍ਹਾਂ ਦੇ ਪੁੱਤ ਰਾਸ਼ਟਰਪਤੀ ਬਣ ਗਏ ਹਿੰਦੁਸਤਾਨ ਦੇ, ਜਿਨ੍ਹਾਂ ਦੇ ਪੁੱਤ ਗ੍ਰਹਿ ਮੰਤਰੀ ਬਣ ਗਏ, ਜਿਹੜੇ ਪੰਜਾਬ ਦੇ ਕਿਸਾਨਾਂ ਦੇ ਪੁੱਤ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਰਾਜ ਮੰਤਰੀ ਬਣ ਗਏ, ਤੇ ਇਸ ਤੋਂ ਵੱਧ ਕਿਹੜੀ ਤੁਹਾਡੀ ਕਾਨੂੰਨ ਖੁਸ਼ਹਾਲੀ ਲਿਆਏਗੀ? ਇਹ ਤਾਂ ਪਹਿਲਾਂ ਹੀ ਖੁਸ਼ਹਾਲ ਹੈ, ਇਹਨਾਂ ਦੀ ਤਾਂ ਖੁਸ਼ਹਾਲੀ ਤੁਸੀਂ ਨਾਸ ਕਰਨੀ ਚਾਹੁੰਦੇ ਹੋ। ਇਹ ਤਾਂ ਖੁਸ਼ਹਾਲ ਨੇ। ਦੋ ਇੱਕ ਕਿੱਲੇ ਵਾਲਾ ਕਿਸਾਨ ਪੰਜਾਬ ਦੇ ਵਿੱਚ ਖੁਸ਼ ਹੈ ਜੇ ਸਹੀ ਢੰਗ ਨਾਲ ਚੱਲੇ। ਠੀਕ ਹੈ, ਜਿਹੜੇ ਇਹਨਾਂ ਦੇ ਸਤਾਏ ਹੋਏ, ਮਾਰੇ ਹੋਏ ਨੇ, ਅਸੀਂ 20-20 ਮਰੱਬਿਆਂ ਵਾਲੇ ਭੁੱਖੇ ਮਰਦੇ ਵੇਖੇ ਆ, ਜਿੱਥੇ ਇਹਨਾਂ ਦੇ ਨੇ ਪਾਬੰਦੀਆਂ ਲਾਈਆਂ ਹੋਈਆਂ ਨੇ। ਇਹ ਤਾਂ ਕੰਪਨੀਆਂ ਨੂੰ ਫਸਾ ਕੇ ਇਹਨਾਂ ਨੂੰ ਰੋਲਣਾ ਚਾਹੁੰਦੇ ਆ। ਇਹ ਆਪਸੀ ਕਿਰਤੀ ਭਾਈਚਾਰੇ ਵਿੱਚ ਕਿਰਤ ਕਰ ਰਹੇ ਨੇ, ਭਾਵੇਂ ਆੜਤੀ ਹੋਣ, ਭਾਵੇਂ ਕਿਸਾਨ ਹੋਣ, ਭਾਵੇਂ ਸੌਦੇ ਲੈਣ ਵੇਚਣ ਦੇ ਨੇ, ਇਹ ਸਾਰੇ ਆਪ ਹੀ ਨੇ। ਇਹਨਾਂ ਨੂੰ ਕਿਸੇ ਦੀ ਜੋ ਜ਼ਰੂਰਤ ਨਹੀਂ। ਪਰ ਹਿੰਦੁਸਤਾਨ ਦੀ ਸਰਕਾਰ ਇਹਨਾਂ ਨੂੰ ਫਸਾਉਣਾ ਚਾਹੁੰਦੀ ਏ। ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਿਆਉਣੀ ਨਹੀਂ ਚਾਹੁੰਦੀ, ਇਹ ਖਤਮ ਕਰਨੀ ਚਾਹੁੰਦੀ ਹੈ। ਇਸ ਕਰਕੇ ਪੰਜਾਬ ਦੇ ਕਿਸਾਨ ਉਹ ਸੜਕਾਂ 'ਤੇ ਰੁਲਦੇ ਪਏ ਜਾ ਕੇ। ਉਹ ਕਹਿ ਰਹੇ ਨੇ ਤੁਹਾਨੂੰ ਆਹ ਵੀ ਕਰ ਦੇਣੇ, ਆਹ ਵੀ ਕਰ ਦੇਣੇ, ਪਰ ਅਸੀਂ ਜਿਹੜੇ 3 ਕਾਨੂੰਨ ਬਣਾਏ ਉਹ ਵਾਪਸ ਨਹੀਂ ਕਰਨੇ। ਪਰ ਕਿਸਾਨਾਂ ਨੂੰ ਉਹਨਾਂ ਤਿੰਨਾਂ ਦੀ ਇੱਕ ਵੀ ਚੀਜ਼ ਨਹੀਂ ਮਾਫ। ਅੱਜ ਪੰਜਾਬ ਦੇ ਕਿਸਾਨ ਪੂਰੇ ਖੁਸ਼ਹਾਲ ਨੇ, ਪੂਰਾ ਆਨੰਦ ਪੈ ਲੈਂਦੇ ਨੇ। ਇਹ ਸੰਗੀ 'ਚ ਨਹੁੰ ਦੇਣਾ ਚਾਹੁੰਦੇ ਨੇ, ਪਰ ਜਿਨ੍ਹਾਂ ਵਾਸਤੇ ਮਹਾਂਪੁਰਸ਼ਾਂ ਨੇ ਵੀ ਸ਼ਹਾਦਤ ਦੇ ਦਿੱਤੀ। ਕਹਿੰਦੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨਾਲ ਨਾ ਮੇਲੋ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮੇ ਸਾਕਾ। ਧਰਮ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਠੀਕ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨਾਲ ਅਸੀਂ ਮੇਲ ਨਹੀਂ ਸਕਦੇ, ਪਰ ਘੱਟ ਵੀ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਦਿੱਲੀ ਦੇ ਸਿਰ ਤੇ ਭਾਂਡਾ ਭੰਨਿਆ ਹੈ। ਆਖੋ ਸੀ ਜਿਹੜੇ ਮਹਾਂਪੁਰਖਾਂ ਨੇ ਠਿੱਕਰ ਫੋੜ ਦਲੀ ਸਿਰ, ਪ੍ਰਾਪਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ। ਬੜੇ ਸੋਲ ਸੀ ਸੰਤ ਬਾਬਾ ਰਾਮ ਸਿੰਘ ਜੀ। ਆਪਣੇ ਆਪ ਨੂੰ ਬੜਾ ਸਿਹਤ ਦਾ ਸੰਭਾਲ ਰੱਖਦੇ ਸੀ। ਮੈਂ ਕਹਿੰਦਾ ਮਹਾਰਾਜ ਤੁਸੀਂ ਬਹੁਤ ਖਿਆਲ ਰੱਖਦੇ ਜੇ, ਮੈਥੋਂ ਇੰਨਾ ਰੱਖਿਆ ਨਹੀਂ ਜਾਂਦਾ। ਆਪਦੇ ਸਰੀਰ ਦਾ ਇੰਨਾ ਖਿਆਲ ਰੱਖਣ ਵਾਲੇ, ਸਰੀਰ ਨੂੰ ਆਂਚ ਨਾ ਆਵੇ, ਆਪਦਾ ਸਰੀਰ ਵਾਰ ਰਹੇ ਨੇ,
ਇੰਨੀ ਸੰਪਰਦਾ ਦੇ ਮੁਖੀ ਹੋ ਕੇ ਉਹਨਾਂ ਨੂੰ ਕਿੰਨਾ ਕੁ ਦੁੱਖ ਹੈ ਜਿਹੜਾ ਝੱਲਿਆ ਨਹੀਂ ਗਿਆ। ਆਖੋ ਸ੍ਰੀ ਵਾਹਿਗੁਰੂ। ਕਿੰਨਾ ਕੁ ਦੁੱਖ ਸੀ ਉਹਨਾਂ ਹਿੰਦੂ ਫਰਿਆਦ ਕਰਨ ਵਾਲਿਆਂ ਦਾ ਕਿ ਸਾਨੂੰ ਤਾਂ ਮਾਰਤਾ ਮੌਕੇ ਦੀ ਸਰਕਾਰ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬਚਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਉਸ ਦਿੱਲੀ ਦਾ ਭਾਂਡਾ ਭਾਰਾ ਕਰ ਦਿੱਤਾ। ਅੱਜ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਮੈਂ ਰਾਮ ਜਨਮ ਭੂਮੀ ਬਣਾਉਣ ਦਾ ਪੁੰਨ ਖੱਟ ਰਿਹਾ, ਜਸ ਖੱਟ ਰਿਹਾ, ਉਹ ਇਹ ਵੀ ਵੇਖ ਲੈ ਕਿ ਇੱਕ ਰਾਮ ਦਾ ਮੰਦਿਰ ਤੋੜਨ ਦਾ ਪਾਪ ਵੀ ਤੇਰੇ ਸਿਰੇ। ਆਖੋ ਸੀ ਵਾਹਿਗੁਰੂ। ਜੇ ਇੱਕ ਰਾਮ ਦਾ ਤੂੰ ਮੰਦਿਰ ਖੜਾ ਕੀਤਾ ਹੈ, ਹੋ ਸਕਦਾ ਤੈਨੂੰ ਉਹਦਾ ਕੋਈ ਪੁੰਨ ਨਾ ਮਿਲੇ, ਪਰ ਆ ਜਿਹੜਾ ਰਾਮ ਮੰਦਿਰ ਤੇਰੇ ਕਾਰਨ ਢੱਠਾ ਹੈ ਨਾ, ਇਹਦਾ ਪਾਪ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੇਰੇ ਸਿਰੇ। ਆਖੋ ਸੀ ਵਾਹਿਗੁਰੂ। ਜਿਸ ਹਿਰਦੇ ਵਿੱਚ ਮਹਾਂਪੁਰਖ ਨੇ, ਜਿਸ ਸਰੀਰ ਵਿੱਚ ਉਹਨਾਂ 'ਚ ਰਾਮ ਵੀ ਵੱਸਦਾ, ਉਹਨਾਂ ਦਾ ਨਾਮ ਹੀ ਰਾਮ ਜੀ ਕਰਕੇ ਹੀ ਸਾਰੇ ਕਹਿੰਦੇ ਸੀ। ਸਾਡੇ ਮਹਾਂਪੁਰਸ਼ ਜਿਨ੍ਹਾਂ ਨੂੰ ਇਹ ਹਿੰਦੁਸਤਾਨ ਦੇ ਸਾਰੇ ਜਿਹੜੇ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਮੱਥੇ ਟੇਕਦੇ ਆ, ਸੰਤ ਪਰਮਾਨੰਦ ਜੀ ਵਰਗਿਆਂ ਨੂੰ, ਤੇ ਉਹ ਉਹਨਾਂ ਦੇ ਮੂੰਹੋਂ ਮੈਂ ਬੜੀ ਵਾਰੀ ਸੁਣਿਆ ਕਿ ਰਾਮ ਜੀ ਨੇ, ਇਹ ਰਾਮ ਜੀ ਨੇ। ਆਖੋ ਸ੍ਰੀ ਵਾਹਿਗੁਰੂ। ਇਹ ਰਾਮ ਨੇ। ਇਹਨਾਂ ਉਹ ਮਾਣ ਸਤਿਕਾਰ ਮਹਾਂਪੁਰਸ਼, ਹਿੰਦੂ ਧਰਮ ਦੇ ਮਹਾਂਪੁਰਖ, ਸਿੱਖਾਂ ਦੇ ਵਿੱਚ, ਸਾਰੇ ਜਥੇਦਾਰਾਂ ਦੇ ਵਿੱਚ, ਸ਼੍ਰੋਮਣੀ ਕਮੇਟੀ ਹੋਵੇ, ਕੋਈ ਵੀ ਹੋਵੇ, ਸੰਤਾਂ ਦਾ ਬੜਾ ਮਾਣ ਸੀ। ਅੱਜ ਉਹਨਾਂ ਮਹਾਂਪੁਰਸ਼ਾਂ ਦੇ ਜਾਣ ਦਾ ਇਹ ਪੂਰੀ ਹਿਲਜੁਲ ਹੋ ਗਈ ਹੈ। ਇੱਕ ਮਹਾਂਪੁਰਸ਼ ਦੀ ਕਿਸੇ ਕਾਰਨ ਸ਼ਹਾਦਤ ਹੁੰਦੀ ਹੈ ਨਾ, ਤੇ ਸਾਰੀ ਦੁਨੀਆ ਦੀ ਮਾਰਨ ਜਿੰਨਾ ਪਾਪ ਗਿਣਿਆ ਜਾਂਦਾ ਹੈ। ਆਖੋ ਸੀ ਵਾਹਿਗੁਰੂ। ਇੱਕ ਸਾਧੂ ਦੀ ਹੱਤਿਆ ਹੁੰਦੀ ਹੈ ਮਹਾਂਪੁਰਖ ਦੀ, ਤੇ ਦੁਨੀਆ ਜਿੰਨਾ ਪਾਪ ਗਿਣਿਆ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਨਾਲ ਔਰੰਗਜ਼ੇਬ ਦਾ ਜਿਹੜਾ ਭਾਂਡਾ ਸੀ, ਉਹ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਆਖੋ ਸੀ ਇਹ ਸਭ ਕੁਝ ਸ਼ਹੀਦੀ ਤੋਂ ਹੀ ਚੱਲਿਆ ਸੀ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪਰਨ ਲਿਆ ਸੀ। ਆਖੋ ਹੁਣ ਇਸ ਰਾਜ ਨੂੰ ਖਤਮ ਕਰਕੇ ਹੀ ਹਟਾਂਗੇ। ਇਹ ਮਹਾਂਪੁਰਖਾਂ ਨੇ ਜ਼ਾਲਮ ਰਾਜ ਦਾ ਰੁਤਬਾ, ਜ਼ਾਲਮ ਰਾਜ ਤੱਕ ਗੱਲ ਪਹੁੰਚ ਗਈ ਹੈ। ਜ਼ੁਲਮ ਕਰਕੇ, ਜ਼ੁਲਮ ਕਰ ਕਰਕੇ ਇੱਕ ਜ਼ਾਲਮ ਰਾਜ ਸਾਬਤ ਹੋ ਗਿਆ। ਦਿਸਦੇ ਨਹੀਂ ਮਹਾਂਪੁਰਸ਼ ਬੈਠੇ ਸੜਕਾਂ ਤੇ, ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਨੇ, ਉਹਨਾਂ ਨੂੰ ਕੀ ਸ਼ੌਂਕ ਹੈ, ਪਰ ਬੜੇ ਤਰ੍ਹਾਂ ਤਰੀਕਿਆਂ ਦੇ ਨਾਲ ਉਹਨਾਂ ਨੂੰ ਭੰਡਿਆ ਜਾ ਰਿਹਾ ਹੈ ਕਿ ਇਹ ਖਾਲਿਸਤਾਨੀ, ਇਹ ਆ ਉਹ ਹੈ। ਪੰਜਾਬ ਵਿੱਚ ਕੋਈ ਐਸੀ ਗੱਲ ਹੀ ਨਹੀਂ ਦਿਸ ਰਹੀ। ਆਪਾਂ ਰਹਿ ਰਹੇ ਹਾਂ। ਖਾਲਿਸਤਾਨ ਕੌਣ ਮੰਗ ਰਿਹਾ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਰਾਜ ਕਰੇਗਾ ਖਾਲਸਾ। ਉਹ ਤਾਂ ਜ਼ਰੂਰ ਬਚਨ ਸੱਤ ਹੋਣਗੇ ਕਿ ਸਾਰੀ ਦੁਨੀਆ ਤੇ ਖਾਲਸਾ ਰਾਜ ਕਰੇਗਾ, ਤੇ ਖਾਲਿਸਤਾਨ ਤਾਂ ਚੀਜ਼ ਹੀ ਨਹੀਂ ਕੋਈ, ਇਹਨੂੰ ਲੈ ਕੇ ਕਰਨਾ ਵੀ ਕੀ ਹੈ। ਸਾਰੀ ਦੁਨੀਆ ਦੇ ਗੁਰੂ ਸਾਹਿਬ ਨੇ ਰਾਜ ਦਿੱਤੇ ਆ ਖਾਲਸੇ ਨੂੰ ਕਿ ਸਾਰੀ ਦੁਨੀਆ 'ਚ ਖਾਲਸਾ ਰਾਜ ਕਰੇਗਾ। ਇਹਨਾਂ ਖਾਲਿਸਤਾਨ ਕੀ ਕਰਨਾ ਹੈ? ਇਹਨਾਂ ਇਸ ਸਰਕਾਰ ਤੋਂ ਮੰਗ ਕੇ ਕੀ ਲੈਣਾ ਹੈ? ਇਸ ਕਰਕੇ ਮਹਾਂਪੁਰਖਾਂ ਨੇ ਜਿਹੜੀ ਅੱਜ ਸ਼ਹਾਦਤ ਦਿੱਤੀ ਹੈ, ਬੜੀ ਵੱਡੀ ਕੁਰਬਾਨੀ ਦਿੱਤੀ। ਸੰਤ ਬਾਬਾ ਰਾਮ ਸਿੰਘ ਜੀ ਨੇ, ਉਹ ਉਸ ਥਾਂ ਦੇ ਮੁੱਖ ਸੇਵਾਦਾਰ ਸੀ ਜਿੱਥੋਂ ਦੇ ਬਾਬਾ ਈਸ਼ਰ ਸਿੰਘ ਜੀ ਦੇ ਵਰੋਸਾਏ ਹੋਏ ਸੰਤ ਬਾਬਾ ਜੰਗ ਸਿੰਘ ਸੀ। ਜਿਹੜੇ ਮਹਾਂਪੁਰਸ਼ਾਂ ਨੇ ਐਡੀ ਵੱਡੀ ਜੰਗ ਲੜੀ ਕਿ ਜਾ ਕੇ ਦਿੱਲੀ ਦੇ ਵਿੱਚ ਜ਼ੁਲਮ ਹੋ ਰਹੇ ਸੀ, ਬੱਚਿਆਂ ਨੂੰ, ਬੀਬੀਆਂ ਨੂੰ ਮਾਰ ਰਹੇ ਸੀ,
ਤੇ ਸੰਤ ਬਾਬਾ ਜੰਗ ਸਿੰਘ ਜੀ ਛਾਤੀ ਤਾਣ ਕੇ ਚੋਲਾ ਪਾੜ ਕੇ ਖੜ ਗਏ, ਉਹ ਮਾਰੋ ਮੇਰੇ ਗੋਲੀ। ਉਹਨਾਂ ਦੇ ਅੱਗੇ ਤੇ ਉਹਨਾਂ ਦੇ ਸੀਨੇ ਦੇ ਵਿੱਚ ਗੋਲੀ ਮਾਰੀ ਉਹਨਾਂ ਨੇ। ਉਹਨਾਂ ਉਸ ਸਥਾਨ ਦੇ ਦੂਸਰੇ ਮੁਖੀਏ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਦੇ ਸੰਤ ਬਾਬਾ ਜੰਗ ਸਿੰਘ ਜੀ ਤੋਂ ਅੱਜ ਇਹਨਾਂ ਨੇ ਵੀ ਉਹ ਕੁਝ ਹੀ ਚੋਜ ਕਰ ਵਰਤਾਇਆ। ਬਾਬਾ ਜੀ ਨੇ ਜਿਵੇਂ ਸੇਵਾ ਲੈਣੀ ਸੀ ਇਹਨਾਂ ਤੋਂ, ਬਹੁਤ ਕੁਰਬਾਨੀ ਵਾਲਾ ਮਹਾਂਪੁਰਖਾਂ ਦਾ ਜਜ਼ਬਾ ਹੈ ਇਹ। ਅੱਜ ਕੌਮ ਤਾਂ ਜਾਗੀ ਹੋਈ ਹੈ, ਕੋਈ ਸੁੱਤੀ ਨਹੀਂ, ਜਾਗੀ ਹੋਈ ਹੈ ਕਿ ਸਾਨੂੰ ਕਾਨੂੰਨ ਬਣਾ ਕੇ ਕੋਈ ਸਾਡੀ ਖੁਸ਼ਹਾਲੀ ਨਹੀਂ ਦਿੱਤੀ ਜਾ ਰਹੀ। ਸਾਡੇ ਸਾਰੀ ਖੁਸ਼ਹਾਲੀ ਖੋਈ ਜਾਏਗੀ ਸਾਡੇ ਤੋਂ। ਕੰਪਨੀਆਂ ਦੇ ਜ਼ਰੀਏ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਸਾਰੀ ਖੁਸ਼ਹਾਲੀ ਖੋਈ ਜਾਏਗੀ। ਅੱਜ ਸਾਡੇ ਕਿਸਾਨ ਹੀ ਕੰਪਨੀਆਂ ਦੇ ਮਾਲਕ, ਕਿਸਾਨ ਹੀ ਆੜ੍ਹਤੀਏ ਨੇ, ਕਿਸਾਨਾਂ ਦਾ ਹੀ ਲੈਣਾ ਦੇਣਾ ਕਿਸਾਨਾਂ ਦੇ ਵਿੱਚ ਆਪਸ 'ਚ, ਕਿਸਾਨ ਹੀ ਸਭ ਕੁਝ ਕਰ ਰਹੇ ਨੇ। ਇਹ ਇੱਕ ਜਿਹੜੀ ਡੂੰਘੀ ਸੋਚ ਵਾਲੇ ਲੁੱਟਣ ਲਟੇਰਿਆਂ ਦੀ ਸੋਚ ਵਾਲਿਆਂ ਨੂੰ ਹਿੰਦੁਸਤਾਨ ਦੀ ਸਰਕਾਰ ਇਹ ਕੁਝ ਸੌਂਪਣਾ ਚਾਹੁੰਦੀ ਹੈ। ਜਿਵੇਂ ਕਿ ਉਹਨੇ ਸਾਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਛੋਟੇ ਛੋਟੇ ਕਾਰਖਾਨੇਦਾਰ ਇਹਨਾਂ ਨੇ GST ਦੇ ਵਿੱਚ, ਨੋਟਬੰਦੀ ਦੇ ਵਿੱਚ ਰੋਲ ਕੇ ਰੱਖਤੇ। ਜਿਨ੍ਹਾਂ ਮਾਵਾਂ ਨੇ, ਜਿਨ੍ਹਾਂ ਧੀਆਂ ਨੇ, ਜਿਨ੍ਹਾਂ ਨੇ ਆਪਣੇ ਥੋੜ੍ਹੇ ਥੋੜ੍ਹੇ ਪੈਸੇ ਰੱਖੇ ਹੋਏ ਸੀ ਪਰਦੇ ਕੱਜਣ ਵਾਸਤੇ ਵੱਖਰੇ, ਇਹਨਾਂ ਦੀ ਨੋਟਬੰਦੀ ਨੇ ਗਰੀਬ ਮਾਰ ਕਰਕੇ ਸਾਰਿਆਂ ਦੀ ਮਾਇਆ ਬਾਹਰ ਕਢਾ ਦਿੱਤੀ। ਤੇ ਨੋਟਬੰਦੀ ਦੇ ਵਿੱਚ ਕਾਲਾ ਧਨ ਲਿਆਉਣ ਵਾਲੇ ਕਾਲੇ ਧਨ ਦੇ ਚੋਰ ਬਣ ਗਏ, ਕੱਢਣ ਵਾਲੇ। ਫਿਰ ਇਹਨਾਂ ਨੇ ਇਹੋ ਜਿਹੇ ਟੈਕਸ ਲਾ ਕੇ ਸਾਰੇ ਹਿੰਦੁਸਤਾਨ ਦੇ ਛੋਟੇ ਕੰਮਕਾਰ ਕਾਰਖਾਨੇ ਬਣਾਉਣ ਵਾਲੇ ਸਭ ਖਤਮ ਕਰ ਦਿੱਤੇ ਤੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਹੋਰ ਵਧਾ ਦਿੱਤਾ, ਛੋਟਿਆਂ ਛੋਟਿਆਂ ਨੂੰ ਖਾ ਕੇ। ਇਹ ਛੋਟੀਆਂ ਇਹ ਜ਼ੁਲਮ ਦਾ, ਹਿੰਦੁਸਤਾਨ ਦੀ ਸਰਕਾਰ ਦੇ ਜ਼ੁਲਮ ਦਾ ਚੌਥਾ ਪੰਜਵਾਂ ਪੜਾਅ ਸੀ ਜਿਹੜਾ ਕਿਸਾਨਾਂ ਨੇ ਮੋਰਚਾ ਲਾ ਕੇ ਰੋਕਿਆ ਹੈ। ਇਹ ਹਿੰਦੁਸਤਾਨ ਨੂੰ ਭਿਖਾਰੀ ਬਣਾ ਰਹੇ ਨੇ। ਜੋ ਕਿਸਾਨਾਂ ਨੇ ਮੋਰਚਾ ਲਾਇਆ ਬਿਲਕੁਲ ਸੱਚੇ ਸੱਤੇ, ਇਹਨਾਂ ਨੂੰ ਕੋਈ ਨਹੀਂ ਦਬਾ ਸਕਦਾ, ਕੋਈ ਸਰਕਾਰਾਂ ਨਹੀਂ ਦਬਾ ਸਕਦੀਆਂ। ਹੁੰਦਾ ਆਇਆ ਮੁੜ ਤੋਂ ਲੈ ਕੇ। ਪਰ ਅੱਜ ਮਹਾਂਪੁਰਖਾਂ ਦੀ ਸ਼ਹਾਦਤ ਤੇ ਕੁਰਬਾਨੀ ਤੇ ਸਾਨੂੰ ਵੀ ਆਪਣੇ ਇਹ ਸਾਰਿਆਂ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਰਕਾਰ ਇਸ ਤੋਂ ਕਦੀ, ਜਿਨ੍ਹਾਂ ਦੇ ਮੂੰਹ ਨੂੰ ਰੱਤ ਲੱਗ ਚੁੱਕੀ ਹੈ ਉਹ ਕਦੀ ਵੀ ਪਿੱਛੇ ਨਹੀਂ ਹਟਣਗੇ। ਪਰ ਜਿਨ੍ਹਾਂ ਨੂੰ ਕਿਹਾ, ਜਿਨ੍ਹਾਂ ਨੇ ਉਹਨਾਂ ਕਿਹਾ ਰੱਤ ਪੀ ਪੀ ਕੇ ਰਾਜਿਓ ਤੁਸੀਂ ਰੱਜ ਲਵੋ, ਰੱਤ ਪਿਤ ਕੁੱਤਿਓ ਚੱਟ ਜੋ, ਹੁਣ ਤੁਸੀਂ ਜਿੰਨੀ ਚੱਟਣੀ ਇੱਕ ਵਾਰੀ ਰੱਤ ਚੱਟ ਲਵੋ, ਅਸੀਂ ਰੱਤ ਡੋਲਣ ਨੂੰ ਤਿਆਰ ਹਾਂ। ਇਸ ਕਰਕੇ ਸਾਰੇ ਸੰਤ ਮਹਾਂਪੁਰਸ਼ ਨਾਨਕਸਰ ਦੇ ਪੁੱਛੋ ਸਾਹਿਬ ਤੋਂ ਬਹੁਤ ਦੁੱਖ ਦਾ ਪ੍ਰਗਟਾਵਾ ਕਰਦੇ ਆ। ਪਰ ਨਾਲ ਸਾਰਿਆਂ ਨੂੰ ਅਸੀਂ ਸ਼ਾਂਤੀ ਬਣਾ ਕੇ ਰੱਖਣ ਦੀ ਬੇਨਤੀ ਕਰਦੇ ਹਾਂ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਖਰਾਬ ਕਰਨਾ। ਆਪਣੇ ਥਾਂ ਤੇ ਸਥਾਨ ਤੇ ਡਟ ਕੇ ਰਹਿਣਾ ਤੇ ਸ਼ਾਂਤਮਈ ਢੰਗ ਦੇ ਨਾਲ ਸਾਰਿਆਂ ਦੀ ਅਪੀਲ ਹੈ। ਕੋਈ ਅਸੀਂ ਕਿਸੇ ਨਾਲ ਟੱਕਰ ਨਹੀਂ ਲੈਣੀ, ਕਿਸੇ ਨੂੰ ਸਤਾਉਣਾ ਨਹੀਂ, ਕਿਸੇ ਨੂੰ ਦੁਖੀ ਨਹੀਂ ਕਰਨਾ। ਜੇ ਕੋਈ ਕਿਸੇ ਦੇ ਕਾਰਨ ਕਿਸੇ ਨੂੰ ਦੁੱਖ ਹੋ ਰਿਹਾ ਤੇ ਉਹਦਾ ਜ਼ਰੂਰ ਸੋਚਣ। ਗੁਰੂ ਸਾਹਿਬ ਇਹਦਾ ਵਾਲੀ, ਗੁਰੂ ਸਾਹਿਬ ਇਹਦੇ ਵਾਲੀ ਨੇ, ਗੁਰੂ ਸਾਹਿਬ ਮਾਲਕ ਨੇ, ਸਾਰਿਆਂ ਦਾ ਫਿਕਰ ਕਰਦੇ ਆ। ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਵੀ, ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲਿਆਂ ਦੀ ਜਿੰਨੀ ਸੰਗਤ, ਲੱਖਾਂ ਸ਼ਰਧਾਲੂ, ਉਹਨਾਂ ਨੂੰ ਦੇਸ਼ ਪ੍ਰਦੇਸ਼ ਵਿੱਚ ਪਿਆਰ ਪ੍ਰੇਮ ਕਰਨ ਵਾਲੇ ਸਾਰਿਆਂ ਨੂੰ ਬੇਨਤੀ ਹੈ ਕਿ ਸੰਤ ਮਹਾਂਪੁਰਸ਼ ਜਿਹੜੀਆਂ ਕੁਰਬਾਨੀਆਂ ਕਰਨੀਆਂ ਸੀ ਕਰਕੇ ਉਹ ਪਹੁੰਚ ਗਏ ਆਪਣੇ ਟਿਕਾਣੇ। ਪਰ ਤੁਸੀਂ ਸਾਰਿਆਂ ਨੇ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਸ਼ਾਂਤੀ ਰੱਖਣੀ ਹੈ। ਗੁਰੂ ਕਾ ਹੁਕਮ ਹੈ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਾਰੇ ਸੰਤ ਬਾਬਾ ਰਾਮ ਸਿੰਘ ਜੀ ਨਾਲ ਪ੍ਰੇਮ ਰੱਖਣ ਵਾਲੇ ਸਾਰੇ ਸ਼ਰਧਾਲੂ, ਕੋਈ ਅਖੰਡ ਪਾਠ ਕਰਾਵੇ, ਕੋਈ ਸਹਿਜ ਪਾਠ ਕਰਾਵੇ, ਕੋਈ ਸੁਖਮਨੀ ਸਾਹਿਬ ਦੇ ਪਾਠ ਕਰੇ,
ਕੋਈ ਜਪਜੀ ਸਾਹਿਬ ਦੇ ਪਾਠ ਕਰੇ, ਕੋਈ ਕੀਰਤਨ ਕਰੇ, ਤੇ ਬਿਲਕੁਲ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ। ਕੌਮ ਜਾਗ ਚੁੱਕੀ ਹੈ, ਕਿਸਾਨ ਜਾਗ ਚੁੱਕੇ ਆ। ਇਸ ਕਰਕੇ ਕਿਸਾਨ ਨਹੀਂ ਮਾਰ ਖਾ ਰਹੇ, ਉਹ ਬੜੇ ਸੋਹਣੇ ਢੰਗ ਨਾਲ ਬੈਠੇ ਹੋਏ ਨੇ। ਉਹਨਾਂ ਨੂੰ ਇਹ ਬਦਨਾਮੀ ਦੇ ਧੱਬੇ ਜੇ ਕੁਝ ਵਿਗਾੜ ਨਹੀਂ ਸਕਦੇ। ਜਿਹੜੇ ਸਹੀ ਨੇ, ਸ਼ੁੱਧ ਨੇ, ਉਹਨਾਂ ਉੱਤੇ ਕੋਈ ਚੀਜ਼ ਨਹੀਂ ਅਸਰ ਕਰ ਸਕਦੀ। ਇਹਨਾਂ ਨੇ ਦੇਖਿਆ ਨਹੀਂ ਕਿ ਪੰਜਾਬ ਦੇ ਵਿੱਚ ਇੰਨੇ ਮਹੀਨੇ ਬੈਠੇ ਰਹੇ ਨੇ ਇੱਥੇ ਸੜਕਾਂ ਦੇ ਉੱਤੇ। ਉਹਨਾਂ ਨੇ ਡੇਰੇ ਹੀ ਸੜਕਾਂ 'ਤੇ ਲਾ ਲਏ ਸੀ, ਹੁਣ ਉੱਥੇ ਵੀ ਜਾ ਕੇ ਆਪਣੇ ਬੈਠੇ ਨੇ। ਸਰਕਾਰ ਨੂੰ ਭਾਜੜਾਂ ਪੈ ਰਹੀਆਂ ਹੈ, ਸਰਕਾਰ ਨੂੰ ਬਿਪਤਾ ਪੈ ਰਹੀ ਹੈ, ਕਿਸਾਨਾਂ ਨੂੰ ਕੋਈ ਬਿਪਤਾ ਨਹੀਂ। ਕਿਸਾਨ ਕੋਈ ਰੋਡ 'ਤੇ ਨਹੀਂ ਬੈਠੇ ਹੋਏ, ਮੌਜਾਂ ਲੈ ਰਹੇ ਨੇ, ਆਪਦੇ ਆਨੰਦ ਲੈ ਰਹੇ ਨੇ। ਸਰਕਾਰ ਰੋਡ 'ਤੇ ਬੈਠੀ ਹੋਈ ਹੈ, ਸਰਕਾਰ ਰੁਲਦੀ ਪਈ ਹੈ। ਉਹਨਾਂ ਨੂੰ ਆਪਣੀਆਂ ਕੁਰਸੀਆਂ ਦੀ ਚਿੰਤਾ ਪਈ ਹੋਈ ਹੈ। ਇਹਨਾਂ ਕਿਸਾਨਾਂ ਗਰੀਬਾਂ ਨੂੰ ਕਾਹਦੀ ਚਿੰਤਾ? ਇਹ ਤਾਂ ਆਪਦਾ ਨਾਮ ਵੀ ਜਪ ਰਹੇ ਨੇ, ਬਾਣੀ ਵੀ ਪੜ੍ਹ ਰਹੇ ਆ, ਲੰਗਰ ਵੀ ਲਾ ਰਹੇ ਨੇ, ਸਭ ਕੁਝ ਕਰ ਰਹੇ ਨੇ, ਇਹਨਾਂ ਨੂੰ ਕੋਈ ਚਿੰਤਾ ਨਹੀਂ। ਪਰ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਹੈ, ਮਹਾਂਪੁਰਖਾਂ ਨੇ ਆਪਣੀ ਆਖਰੀ ਚਿੱਠੀ ਵਿੱਚ ਆਪ ਲਿਖਿਆ ਹੈ ਕਿ ਜ਼ੁਲਮ ਕਰਨਾ ਵੀ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਇਹ ਸਾਡੇ ਤੋਂ ਪਾਪ ਹੋ ਨਹੀਂ ਸਕਦਾ, ਆਖੋ ਅਸੀਂ। ਇਸ ਕਰਕੇ ਅਸੀਂ ਆਪਣਾ, ਕਿਸੇ ਨੇ ਕੁਝ ਇਹਦੇ ਉੱਤੋਂ ਵਾਰਿਆ ਹੈ, ਕਿਸਾਨਾਂ ਦੇ ਉੱਤੋਂ, ਮਜ਼ਦੂਰਾਂ ਤੋਂ ਉੱਤੋਂ, ਗਰੀਬਾਂ ਦੇ ਉੱਤੋਂ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਸੀ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਖਾਲਸੇ ਨੂੰ, ਸਿੱਖਾਂ ਨੂੰ ਮਾਣ ਬਖਸ਼ਿਆ ਸੀ ਕਿ ਇਹਨਾਂ ਦੇ ਕਰਕੇ ਜਦੋਂ ਵੀ ਕਿਸੇ ਨੂੰ ਰਾਜ ਮਿਲਦੇ ਆ, ਕੁਰਸੀਆਂ ਮਿਲਦੀਆਂ, ਗਰੀਬਾਂ ਦੇ ਕਰਕੇ ਹੀ ਮਿਲਦੀਆਂ। ਜੀ ਇਹਨਾਂ ਗਰੀਬਾਂ ਦੀ ਥੋੜ੍ਹੀ ਥੋੜ੍ਹੀ ਕਿਣਕਾ ਕਿਣਕਾ ਦਿੱਤਾ ਹੋਇਆ ਗਰੀਬਾਂ ਨੇ ਵੋਟ ਰਾਹੀਂ ਤੁਹਾਨੂੰ, ਅਤੇ ਤੁਸੀਂ ਸਰਕਾਰਾਂ ਬਣਾਈਆਂ, ਤੁਸੀਂ ਮੰਤਰੀ ਬਣੇ। ਇਹਨਾਂ ਗਰੀਬਾਂ ਦੀ ਖੁਸ਼ੀ ਦੇ ਨਾਲ ਅੱਜ ਇਹਨਾਂ ਨੂੰ ਸਤਾਓਗੇ ਤੇ ਕਦੀ ਵੀ ਤੁਸੀਂ ਉਹਦੇ ਭੋਗ ਨਹੀਂ ਸਕੋਗੇ। ਇਸ ਕਰਕੇ ਸਿਆਣਾ ਉਹ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਮੰਤਰੀਆਂ ਨੂੰ ਤੇ ਸਾਰੀ ਪਾਰਟੀ ਨੂੰ। ਇੱਕੋ ਬੰਦਾ ਹੀ ਹਿੰਦੁਸਤਾਨ 'ਚ ਬੋਲ ਰਿਹਾ ਹੈ ਕਿ ਤਿੰਨੇ ਕਾਨੂੰਨ ਹੋਣੇ ਚਾਹੀਦੇ ਆ, ਦੂਜਾ ਬੰਦਾ ਹੀ ਨਹੀਂ ਕੋਈ। ਇੱਕੋ ਹੀ ਬੰਦਾ ਬੋਲ ਰਿਹਾ, ਕਿਹੜਾ? ਬੀਜੇਪੀ। ਬਸ ਇੱਕ ਪਾਰਟੀ, ਕੋਈ ਦੂਜੀ ਪਾਰਟੀ, ਕੋਈ ਦੂਜਾ ਆਦਮੀ, ਕੋਈ ਦੂਜਾ ਸੰਤ ਮਹਾਂਪੁਰਸ਼ ਕੋਈ ਨਹੀਂ ਬੋਲ ਰਿਹਾ। ਇੱਕ ਪਾਰਟੀ ਸਿਰਫ ਬੋਲ ਰਹੀ ਹੈ ਅਤੇ ਸਭ ਪਾਰਟੀਆਂ ਵੀ ਇਸ 'ਤੇ ਦੁਖੀ ਨੇ। ਸਾਰੀਆਂ ਜਥੇਬੰਦੀਆਂ ਵੀ, ਸੰਤ ਮਹਾਂਪੁਰਖ ਵੀ। ਪਰ ਅਸੀਂ ਦੁੱਖ ਵਿੱਚ ਇੱਥੇ ਪਾਠ ਚਲਾਏ ਹੋਏ ਨੇ, ਅਖੰਡ ਪਾਠ ਚਲਾਏ ਹੋਏ ਨੇ, ਮਹਾਂਸੰਪੜ ਪਾਠ ਚਲਾਏ ਹੋਏ ਨੇ। ਗੁਰਸਿੱਖਾਂ ਵਾਸਤੇ, ਸਾਧ ਸੰਗਤ ਵਾਸਤੇ, ਮਹਾਂਪੁਰਖਾਂ ਵਾਸਤੇ ਰੋਜ਼ ਅਰਦਾਸਾਂ ਹੁੰਦੀਆਂ ਨੇ, ਪਾਠ ਚੱਲਦੇ ਆ, ਸਾਰਿਆਂ ਦੀਆਂ ਅਰਦਾਸਾਂ ਹੁੰਦੀਆਂ। ਪੰਜਾਬ ਦੇ ਰਾਜ ਦੀ ਅਰਦਾਸ, ਸੁੱਖ ਸ਼ਾਂਤੀ ਦੀ, ਬਿਮਾਰੀ ਕਰੋਨਾ ਤੋਂ। ਅਸੀਂ ਤਾਂ ਸਿਰਫ ਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ। ਇਸ ਕਰਕੇ ਜਿੱਥੇ ਜ਼ੋਰ ਨਹੀਂ ਚੱਲਦਾ ਉੱਥੇ ਅਰਦਾਸ ਹੀ ਹੋ ਸਕਦੀ। ਧੰਨ ਬਾਬਾ ਹਰਨਾਮ ਸਿੰਘ ਦੀ ਬਰਸੀ 'ਤੇ ਅੱਜ ਦੀ ਰਹਿਣ ਸਬਾਈ ਦੇ ਕੀਰਤਨ ਸੰਤ ਬਾਬਾ ਰਾਮ ਸਿੰਘ ਜੀ ਨੂੰ ਸ਼ਰਧਾਂਜਲੀ ਹੈ। ਉਹਨਾਂ ਦੇ ਨਾਲ ਦਾਸ ਦੀ ਕੱਲ੍ਹ ਹੀ ਗੱਲਬਾਤ ਹੋਈ। ਮੈਂ ਕਿਹਾ ਵੀ ਮਹਾਰਾਜ ਤੁਸੀਂ ਆ ਜਾਓ, ਇੱਥੇ ਪੁੱਛੋ। ਅਤੇ ਇੱਥੇ ਹੋਰ ਵੀ ਮਹਾਂਪੁਰਸ਼, ਆਪਾਂ ਇੱਥੇ 20 ਦਿਨ ਹੁਣ ਇੱਥੇ ਹੀ ਰਹਿਣਾ ਹੈ। ਕਹਿਣ ਲੱਗੇ ਬਸ ਮੈਂ ਆ ਰਿਹਾ, ਪੱਕਾ ਹੀ ਆ ਰਿਹਾ। ਕੱਲ੍ਹ ਹੀ ਫੋਨ 'ਤੇ ਗੱਲ ਹੋਈ। ਕਹਿਣ ਲੱਗੇ ਮੈਂ ਪੱਕਾ ਹੀ ਆ ਰਿਹਾ ਪੁੱਛੋ ਸਾਹਿਬ। ਅਤੇ ਪਤਾ ਅੱਜ ਮੈਨੂੰ ਯਾਦ ਆਇਆ ਜੀ, ਕੱਲ੍ਹ ਜਿਹੜੀਆਂ ਉਹਨਾਂ ਜਿਹੜੇ ਬਚਨ ਕੀਤੇ ਉਹ ਅੱਜ ਪੂਰੇ ਹੋ ਗਏ ਸਾਰੇ। ਅਤੇ ਉਹ ਕਿਸ ਤਰੀਕੇ ਕਹਿ ਰਹੇ ਸੀ ਕਿ ਮੈਂ ਪੱਕਾ ਹੀ, ਮੈਂ ਕਿਹਾ ਤੁਹਾਡੇ ਸੇਵਾਦਾਰ ਹੁਣ ਤਗੜੇ ਹੋ ਗਏ ਨੇ, ਜ਼ਿੰਮੇਵਾਰ ਹੋ ਗਏ ਨੇ, ਇਹਨਾਂ ਨੂੰ ਸੰਭਾਲੋ ਸਾਰੀਆਂ ਜ਼ਿੰਮੇਵਾਰੀਆਂ,
ਕਹਿੰਦੇ ਠੀਕ ਹੈ, ਬਿਲਕੁਲ ਸਹੀ ਕਹਿ ਰਹੇ, ਇਹਨਾਂ ਨੂੰ ਸੰਭਾਲਾਂਗੇ, ਮੈਂ ਪੱਕਾ ਹੀ ਆ ਰਿਹਾ ਸਾਰੀਆਂ ਜ਼ਿੰਮੇਵਾਰੀਆਂ ਛੱਡ ਕੇ। ਤੇ ਇਹਨਾਂ 2 ਮਿੰਟ 2-4 ਮਿੰਟ ਦਾਸ ਨਾਲ ਕੱਲ ਫੋਨ ਤੇ ਗੱਲਬਾਤ ਹੋਈ। ਉਹਨਾਂ ਦਾ ਸੇਵਾਦਾਰ ਸੰਤ ਤਰਲੋਚਨ ਸਿੰਘ ਜੀ ਇੱਥੇ ਆਏ ਸੀ ਮੱਥਾ ਟੇਕਣ, ਤੇ ਕਹਿਣ ਲੱਗੇ ਵੀ ਤਰਲੋਚਨ ਦੀ ਮਨ ਦੀ ਇੱਛਾ ਸੀ ਕਿ ਉਹ ਬਹੁਤ ਬਿਮਾਰ ਹੋ ਗਏ ਸੀ, ਜਵਾਬ ਹੋ ਗਿਆ ਸੀ, ਤੇ ਉਹਨਾਂ ਨੇ ਅਰਦਾਸ ਕੀਤੀ ਭੁੱਚੋ ਸਾਹਿਬ ਦੀ ਮੇਰੀ ਸੁਖਣਾ ਹੈ, ਤੇ ਮੈਨੂੰ ਬਾਬਾ ਜੀ ਨੇ ਜੀਵਨ ਬਖਸ਼ਿਆ, ਮੈਂ ਭੁੱਚੋ ਸਾਹਿਬ ਹੁਣ ਜਾ ਕੇ ਮੱਥਾ ਟੇਕ ਕੇ ਆਉਣਾ ਹੈ। ਉਹਨਾਂ ਦੇ ਸੰਤ ਤਰਲੋਚਨ ਸਿੰਘ ਜੀ ਮੱਥਾ ਟੇਕਣ ਵਾਸਤੇ ਕੱਲ੍ਹ ਆਏ ਸੀ, ਤੇ ਅੱਜ ਉਹਨਾਂ ਨੇ ਇਸ ਤਰੀਕੇ ਜੋ ਵੀ ਕੀਤਾ ਹੈ ਬਾਬਾ ਜੀ ਦੀ ਰਜਾ ਵਿੱਚ ਹੋਇਆ ਹੈ, ਪਾਣੀ ਵਿੱਚ ਹੋਇਆ ਹੈ, ਕੋਈ ਦੂਸਰਾ ਨਹੀਂ ਹੁੰਦਾ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਕਿਹਾ ਆਪਦੇ ਭਗਤਾਂ ਨੂੰ, ਪਿਆਰਿਆਂ ਨੂੰ, 5 ਪਾਂਡਵਾਂ ਨੂੰ ਬਚਨ ਦਿੱਤਾ ਵੀ ਕਲਯੁਗ ਆ ਗਿਆ। ਆਖੋ ਸੀ, ਤੇ ਬਹੁਤ ਭਿਆਨਕ ਤੇ ਬੜਾ ਮਾੜਾ ਕਲਯੁਗ ਜੀ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਕਲਯੁਗ ਆ ਗਿਆ, ਕਲਯੁਗ ਚੌਥਾ ਯੁੱਗ, ਤੇ ਬਹੁਤ ਭਿਆਨਕ ਬੜਾ ਮਾੜਾ। ਪਾਂਡਵ ਕਹਿੰਦੇ ਮਹਾਰਾਜ ਜੀ ਸਾਨੂੰ ਦਿਖਾਓ ਕਿਹੋ ਜਿਹਾ ਹੈ। ਕਹਿਣ ਲੱਗੇ ਤੁਸੀਂ 5 ਭਰਾ ਜਿਹੜੇ ਆ ਨਾ, ਤੁਸੀਂ ਬਾਹਰ, ਬਹੁਤ ਸੀ ਉਦੋਂ ਜੰਗਲ, ਅੱਜ ਤਾਂ ਦੁਨੀਆ ਬਹੁਤ ਵੱਧ ਗਈ, ਬਾਹਰ ਜੰਗਲ ਦੇ ਵਿੱਚ ਜਾਇਓ, ਤੁਹਾਨੂੰ 5 ਨੂੰ ਹੀ ਦ੍ਰਿਸ਼ ਮਿਲੇਗਾ। ਜੋ ਜੋ ਤੁਸੀਂ 5 ਭਰਾ ਵੇਖ ਕੇ ਆਓਗੇ ਨਾ, ਤੇ ਸਾਨੂੰ ਆ ਕੇ ਦੱਸਣਾ। 5 ਭਰਾ ਜਿਹੜੇ ਨੇ ਅਲੱਗ-ਅਲੱਗ ਦਿਸ਼ਾ ਨੂੰ ਤੁਰ ਪਏ ਨੇ, ਤੇ 5 ਹੀ ਵਾਪਸ ਆਏ। ਜਿਹੜਾ ਧਰਮ ਪੁੱਤਰ ਯੁਧਿਸ਼ਟਰ ਸੀ, ਉਹਨੇ ਕਿਹਾ ਜੀ ਮਹਾਰਾਜ ਵੀ ਮੈਂ ਵੇਖਿਆ ਹੈ ਕਿ ਇੱਕ ਹਾਥੀ ਦੇ 2 ਸੁੰਡ ਸੀ। ਇੱਕ ਸੁੰਡ ਹੁੰਦੀ ਨਾ, ਕਹਿੰਦੇ ਉਹਦੇ 2 ਸੁੰਡ ਲੱਗੇ ਹੋਏ ਸੀ। ਇੱਕ ਦੇ ਨਾਲ ਉਹ ਘਾਹ ਖਾ ਰਿਹਾ ਸੀ, ਇੱਕ ਦੇ ਨਾਲ ਪੰਛੀ ਜਾਨਵਰ ਸਭ ਕੁਝ ਖਾਈ ਜਾ ਰਿਹਾ ਸੀ, ਮਾਸ। ਕਿ ਹਾਥੀ ਦੇਖਿਆ ਹੈ ਇੱਕ ਸੁੰਡ ਦੇ ਨਾਲ ਘਾਹ ਖਾਂਦਾ ਸੀ ਤੇ ਇੱਕ ਸੁੰਡ ਦੇ ਨਾਲ ਮਾਸ ਖਾਂਦਾ ਸੀ। ਇਹ ਯੁਧਿਸ਼ਟਰ ਦੇਖ ਕੇ ਆਇਆ। ਦੂਸਰਾ ਜਿਹੜਾ ਪੁੱਤਰ ਸੀ, ਭੀਮਸੈਨ, ਅਰਜਨ, ਨਕੁਲ, ਸਹਿਦੇਵ, ਦੂਸਰੇ ਨੇ ਇਹ ਦੇਖਿਆ ਹੈ ਕਿ ਗਊ ਆਪਣੀ ਬਛੜੀ ਦਾ ਦੁੱਧ ਪੀ ਰਹੀ ਹੈ। ਜਿਹੜੀ ਗਾਂ ਹੈ ਉਹ ਆਪਣੀ ਜਣੀ ਹੋਈ ਬੱਛੀ ਦਾ ਗਾਂ ਦੁੱਧ ਪੀ ਰਹੀ ਹੈ। ਜਿਹਨੇ ਉਹਦੇ ਪੇਟੋਂ ਜਨਮ ਲਿਆ ਹੈ ਉਹਦਾ ਦੁੱਧ ਚੁੰਘ ਰਹੀ ਹੈ ਗਾਂ। ਅਜੀਬ ਸੀ। 2 ਸੁੰਡਾਂ ਦੀ ਗੱਲ ਅਜੀਬ ਸੀ। ਮਾਸ ਖਾਣਾ, ਘਾਹ ਖਾਣਾ ਹਾਥੀ ਲਈ ਅਜੀਬ ਸੀ। ਇੱਕ ਨੇ ਇਹ ਵੇਖਿਆ ਕਿ ਹੰਸ ਹੈ, ਹੰਸ ਦੇ 2 ਪਰ ਨੇ। ਇੱਕ ਪਰ ਦੇ ਉੱਤੇ ਕੁਰਾਨ, ਇੱਕ ਪਰ ਦੇ ਉੱਤੇ ਪੁਰਾਣ। ਇੱਕ ਪਰ ਦੇ ਉੱਤੇ ਕੁਰਾਨ ਲਿਖੀ ਹੋਈ, ਇੱਕ ਪੰਖ ਦੇ ਉੱਤੇ ਹੰਸ ਦੇ। ਕੁਰਾਨ ਤੇ ਪ੍ਰਾਣ, ਹਿੰਦੂ ਮੁਸਲਮਾਨ 2 ਸੀ ਉਸ ਸਮੇਂ। ਕੁਰਾਨ ਤੇ ਪ੍ਰਾਣ ਇੱਕ ਹੰਸ ਦੇ ਦੋਨਾਂ ਖੰਭਾਂ ਤੇ ਉਹ ਹੰਸ ਕੀੜੇ ਮਕੌੜੇ ਜਾਨਵਰ ਖਾ ਰਿਹਾ। ਜਿਹੜੇ ਹੰਸ ਹੀਰੇ ਮੋਤੀ ਚੁਗਦੇ ਆ ਨਾ, ਉਹ ਕੀੜੇ ਮਕੌੜੇ ਤੇ ਜਾਨਵਰ ਖਾਣ ਲੱਗੇ ਹੋਏ ਆ। ਇੱਕ ਤੀਸਰੇ ਨੇ ਇਹ ਦੇਖਿਆ। ਪਹਿਲੇ ਨੇ ਦੇਖਿਆ ਹਾਥੀ ਵਾਲਾ ਕੌਤਕ, ਦੂਜੇ ਨੇ ਗਾਂ ਬਛੜੀ ਨੂੰ ਚੁੰਘ ਰਹੀ ਹੈ, ਤੀਸਰੇ ਨੇ ਆ ਕੁਰਾਨ ਤੇ ਪ੍ਰਾਣ ਖੰਭਾਂ ਤੇ ਲੱਗੇ ਤੇ ਕੀੜੇ ਮਕੌੜੇ ਹੰਸ ਖਾ ਰਿਹਾ ਹੈ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਹੁਣ ਤਾਂ ਇਹ ਗੱਲ ਹੋ ਗਈ ਗੁਰੂ ਸਾਹਿਬ ਜੀ ਕਿ ਜਿਨ੍ਹਾਂ ਨੇ ਸਿਫਤ ਸਲਾਹਣ ਪ੍ਰਮਾਤਮਾ ਦੀ ਕਰਨੀ ਸੀ ਉਹ ਤਾਂ
ਕਾਵਾਂ ਵਾਂਗੂ ਕਰੰਗ ਫੁੱਲਣ ਲੱਗੇ ਹੋਏ ਆ, ਮਾਸ ਦੀਆਂ ਬੋਟੀਆਂ ਖਾ ਰਹੇ ਨੇ, ਕੀੜੇ ਮਕੌੜੇ ਖਾ ਰਹੇ ਆ। ਚੌਥੇ ਭਰਾ ਨੇ ਇੱਕ ਹਾਥੀ ਵਾਲਾ, ਇੱਕ ਗਊ ਵਾਲਾ, ਇੱਕ ਕੁਰਾਨ ਤੇ ਪ੍ਰਾਣ। ਤੀਸਰਾ ਦੇਖਿਆ ਕਿ ਚਸ਼ਮੇ ਦਾ ਪਾਣੀ ਪੈ ਰਿਹਾ ਹੈ, ਖੂਹ ਦਾ ਪਾਣੀ, ਵਿਚਲੇ ਖੂਹ ਨੂੰ ਛੱਡ ਕੇ ਤੀਜੇ 'ਚ ਪੈ ਰਿਹਾ। ਪੈਣਾ ਤਾਂ ਨਾਲ ਦੇ ਖੂਹ ਵਿੱਚ, ਟੋਏ ਵਿੱਚ ਪਾਣੀ ਪੈਣਾ ਚਾਹੀਦਾ ਸੀ ਖੂਹ 'ਚ। ਇਸ ਖੂਹ ਦਾ ਪਾਣੀ ਇਸ ਤੋਂ ਗਾਂਹ ਇਹਨੂੰ ਛੱਡ ਕੇ ਦੂਜੇ 'ਚ ਪੈ ਰਿਹਾ। ਇਹ ਕੋਈ ਤੱਕਿਆ। ਤੇ ਪੰਜਵੇਂ ਨੇ ਕੀ ਤੱਕਿਆ ਕਿ ਬੜਾ ਵੱਡਾ ਪਹਾੜ ਉੱਤੋਂ ਰਿੜਿਆ ਆ ਰਿਹਾ ਹੈ, ਉਹਨੇ ਕੋਈ ਵੀ ਨਹੀਂ ਛੱਡਿਆ। ਵੱਡੇ ਵੱਡੇ ਦਰਖਤ ਨਹੀਂ ਛੱਡੇ, ਵੱਡੇ ਵੱਡੇ ਪਹਾੜਾਂ ਵਰਗੇ ਦਰਖਤ ਨਹੀਂ ਛੱਡੇ, ਪੱਥਰ ਨਹੀਂ, ਕੋਈ ਰੁਕਾਵਟ ਨਹੀਂ ਰਾਹ ਵਿੱਚ ਨਹੀਂ ਛੱਡੀ। ਇੱਕ ਬੜਾ ਵੱਡਾ ਪੱਥਰ ਰੁੜਿਆ ਆ ਰਿਹਾ ਹੈ ਤੇ ਆਣ ਕੇ ਇੱਕ ਤੀਲੇ ਨੂੰ ਉਹ ਲੰਘ ਨਹੀਂ ਸਕਿਆ, ਤੀਲੇ ਦੇ ਪਿੱਛੇ ਖੜ ਗਿਆ। ਆਖੋ ਸੀ ਵਾਹਿਗੁਰੂ। ਇੱਕ ਛੋਟੇ ਜਿਹੇ ਨਿੱਕੇ ਜਿਹੇ ਪੇੜ ਦੇ, ਤੀਲੇ ਵਰਗੇ ਪੇੜ ਦੇ ਅੱਗੇ ਉਹ ਵੱਡਾ ਪਹਾੜ ਰੁਕ ਗਿਆ। ਇਹ 5 ਤਰ੍ਹਾਂ ਦਾ ਕੌਤਕ 5 ਭਰਾਵਾਂ ਨੇ ਤੱਕਿਆ। ਭਗਵਾਨ ਕ੍ਰਿਸ਼ਨ ਨੂੰ ਆਣ ਕੇ ਦੱਸਿਆ। ਮਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕਲ ਯੁਗ। ਆਖੋ ਇਹ ਕਲ ਯੁਗ ਹੈ। ਕਹਿੰਦੇ ਜੀ ਸਮੱਤ ਬਖਸ਼ੋ, ਕਿਉਂਕਿ ਇਹਨਾਂ ਨੇ ਰਾਜ ਕਰਨਾ ਸੀ, ਕੌਰਵਾਂ ਨੂੰ ਮਾਰ ਕੇ ਹੁਣ ਰਾਜ ਗੱਦੀ ਤੇ ਬੈਠੇ ਸੀ। ਸਾਰੇ ਹਿੰਦੁਸਤਾਨ ਦਾ ਰਾਜ ਇਹਨਾਂ ਪਾਂਡਵਾਂ ਨੇ ਕਰਨਾ ਸੀ। ਇਸ ਰਾਜ ਕਰਨਾ ਸੀ ਭਰਾਵਾਂ ਨੇ। ਪਰ ਜਦੋਂ ਇਹ ਕੁਝ ਭਗਵਾਨ ਕ੍ਰਿਸ਼ਨ ਨੇ ਦਿਖਾਇਆ, ਕਹਿੰਦੇ ਜਿਹੜੀ ਹਾਥੀ ਵਾਲੀ ਗੱਲ ਹੈ ਨਾ, 2 ਸੁੰਡਾਂ ਵਾਲੀ, ਇਹ ਤਾਂ ਹੈਗੇ ਨੇ ਕਲਯੁਗ ਦੇ ਰਾਜੇ। ਆਖੋ ਸ੍ਰੀ ਵਾਹਿਗੁਰੂ। ਇਹ ਕਲਯੁਗ ਦੇ ਰਾਜਿਆਂ ਨੂੰ ਸਰਾਪ ਹੈ। ਇਹ ਕੋਈ ਵੀ ਨਹੀਂ ਛੱਡਣਗੇ, ਨਾ ਥੱਲਿਓ ਨਾ ਉੱਪਰੋਂ, ਨਾ ਕਿਸੇ ਨੂੰ। ਜਿੱਧਰੋਂ ਇਹਨਾਂ ਨੂੰ ਵੱਡੀ ਚੱਟੀ ਕੁਝ ਮਿਲੇਗਾ, ਪਾਪੀ ਰਾਜੇ ਕਲਯੁਗ ਦੇ ਹੋਣਗੇ। ਤੇ ਦੋਨੋਂ ਪਾਸਿਓਂ ਖਾਣਗੇ, ਵੱਡੀਆਂ ਚੱਟੀਆਂ ਪਾਪ ਭੋਗਣਗੇ। ਇਹ ਕਲਯੁਗ ਦੇ ਰਾਜੇ ਨੇ ਜਿਹੜੇ ਹਾਥੀ 2 ਸੁੰਡਾਂ ਵਾਲੇ, ਥੱਲਿਓਂ ਵੀ ਖਾ ਰਹੇ ਨੇ, ਉੱਪਰੋਂ ਵੀ ਖਾ ਰਹੇ, ਕਿਸੇ ਨੂੰ ਬਖਸ਼ਣਗੇ ਨਹੀਂ। ਜਿਹੜਾ ਦੂਸਰਾ ਹੈ ਕਿ ਕੁਰਾਨ ਪ੍ਰਾਣ ਲਿਖੀ ਖੰਭਾਂ ਤੇ ਜਾ ਖਾ ਰਿਹਾ ਹੰਸ ਕੀੜੇ ਮਕੌੜੇ, ਇਹ ਹੈਗੇ ਨੇ ਹਿੰਦੁਸਤਾਨ ਦੇ ਵਿੱਚ ਧਰਮੀ ਲੋਕ, ਜਿਹੜੇ ਆਪਣੇ ਆਪ ਨੂੰ ਸਦਾਉਂਦੇ ਆ ਕਿ ਅਸੀਂ ਗਿਆਨੀ, ਅਸੀਂ ਪੰਡਤ ਆ, ਅਸੀਂ ਕਾਜੀ ਮੌਲਵੀ ਆ। ਇਹ ਪੰਡਤ ਤੇ ਕਾਜੀ ਮੌਲਵੀ ਇਹ ਕੁਝ ਕਰਨਗੇ। ਇਹ ਜਿਹੜੇ ਕਲਯੁਗ ਦੇ ਆਪਣੇ ਆਪ ਗਿਆਨੀ ਬਣਦੇ ਆ, ਧਰਮਾਂ ਦੇ ਆਗੂ ਬਣਦੇ ਆ ਤੇ ਬੜੇ ਉਜਲੇ ਹੋ ਕੇ ਰਹਿੰਦੇ ਆ, ਇਹ ਕਰਨਗੇ ਕੀ? ਇਹ ਕੁਰਾਨ ਤੇ ਪ੍ਰਾਣ ਵਾਲੇ ਇਹ ਸਾਰੇ ਜਿਹੜੇ ਨੇ ਇੰਨੇ ਪਾਪੀ ਹੋ ਜਾਣਗੇ ਕਿ ਉੱਤੋਂ ਉਜਲੇ ਭੇਖ ਰੱਖਣਗੇ, ਅੰਦਰੋਂ ਗੰਦ ਖਾਣਗੇ। ਆਖੋ ਸੀ ਵਾਹਿਗੁਰੂ। ਇਹਨਾਂ ਨੂੰ ਪੰਡਤਾਂ ਤੇ ਕਾਜ਼ੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇਲਾ ਲੋ। ਇਹਨੂੰ ਕਾਜ਼ੀ ਨਾ ਦੇਖੋ, ਇਹਨੂੰ ਬ੍ਰਾਹਮਣ ਨਾ ਵੇਖੋ, ਇਹਨਾਂ ਵਿੱਚ ਅੰਦਰ ਸ਼ੈਤਾਨ ਬੈਠਾ ਹੋਇਆ, ਕਲਯੁਗ ਬੈਠਾ ਹੋਇਆ। ਇਹ ਉੱਤੋਂ ਹੀ ਉਜਲੇ ਨੇ, ਉੱਤੋਂ ਹੀ ਚਿੱਟੇ ਬਣ ਕੇ ਰਹਿੰਦੇ ਆ। ਇਹ ਤਾਂ ਆ ਗਿਆ ਇਹਨਾਂ ਦੇ ਉੱਤੇ। ਦੂਸਰਾ ਪ੍ਰਮਾਣ, ਦੂਸਰਾ ਕੌਤਕ ਕਿ ਰਾਜੇ ਕਿਹੋ ਜਿਹੇ ਇਸ ਕਲਯੁਗ ਦੇ ਵਿੱਚ, ਕਾਜੀ ਬ੍ਰਾਹਮਣ ਜਿਹੜੇ ਧਰਮੀ ਆਗੂ ਬਣੇ ਫਿਰਦੇ, ਉਹ ਕਿਹੋ ਜਿਹੇ। ਗੁਰੂ ਸਾਹਿਬ ਨੇ ਇਸ ਕਰਕੇ ਖਾਲਸਾ ਪੰਥ ਸਾਜਿਆ ਹੈ ਕਿ ਆਪਣੇ ਧਰਮ ਤੇ ਰਹਿਣਾ, ਦੋਵਾਂ ਤੇ ਗਿਆਨੀ ਸਿਆਣਾ, ਜਿਹੜਾ ਗੁਰੂ ਦੇ ਮਾਰਗ ਤੇ ਚੱਲੇਗਾ। ਤੀਸਰੇ ਨੇ ਜੋ ਦੇਖਿਆ ਸੀ ਕਲਯੁਗ ਦੇ ਰਾਜੇ ਕਿਹੋ ਜਿਹੇ, ਕਲਯੁਗ ਦੇ
ਜਿਹੜੇ ਧਰਮੀ ਆਗੂ ਨੇ ਉਹ ਕਿਹੋ ਜਿਹੇ ਤੇ ਕਲਯੁਗ ਦੇ ਲੋਕ ਕਿਹੋ ਜਿਹੇ ਹੋਣਗੇ। ਤੀਸਰੇ ਨੇ ਇਹ ਦੇਖਿਆ ਕਿ ਕਲਯੁਗ ਦੇ ਲੋਕ ਜਿੱਥੇ ਦੇਣਾ ਹੈ ਉੱਥੇ ਖਾਣਗੇ, ਗਾਂ ਨੇ ਦੁੱਧ ਬਛੜੀ ਨੂੰ ਦੇਣਾ ਹੈ, ਪਰ ਗਾਂ ਬਛੜੀ ਦਾ ਦੁੱਧ ਚੁੰਗ ਰਹੀ ਹੈ। ਇਹ ਕਲਯੁਗ ਦੇ ਜਿਹੜੇ ਲੋਕ ਨੇ ਧੀਆਂ ਦਾ ਪੈਸਾ ਖਾਣਗੇ, ਧਰਮ ਦਾ ਪੈਸਾ ਖਾਣਗੇ। ਜਿੱਥੇ ਇਹਨਾਂ ਨੇ ਦੇਣਾ ਹੈ ਉਥੋਂ ਖਾਣ ਦੀਆਂ ਕੋਸ਼ਿਸ਼ਾਂ ਕਰਨਗੇ। ਇਹ ਆਪਣੇ ਧੀਆਂ ਦਾ ਪੈਸਾ ਲੈ ਲੈ ਕੇ ਖਾਣਗੇ। ਇਹ ਹੈ ਕਲਯੁਗ ਦੇ ਲੋਕ। ਤੇ ਚੌਥੇ ਆਖਿਆ ਜਿਹੜਾ ਕਲਯੁਗ ਦਾ ਭਾਈਚਾਰਾ ਕਿਹੋ ਜਿਹਾ ਹੋਏਗਾ, ਜਿਹੜਾ ਚੌਥਾ ਪ੍ਰਮਾਣ ਦੇਖਿਆ ਕਿ ਕਲਯੁਗ ਦੇ ਭੈਣਾਂ ਭਰਾ ਕਿਹੋ ਜਿਹੇ ਹੋਣਗੇ। ਇਹੋ ਜਿਹੇ ਹੋਣਗੇ ਜਿਵੇਂ ਇੱਕ ਖੂਹ ਵਿਚਲੇ ਨੂੰ ਛੱਡ ਕੇ ਤੇ ਤੀਜੇ 'ਚ ਪਾਣੀ ਪਾ ਰਿਹਾ ਹੈ। ਇਹ ਆਪਣਿਆਂ ਨੂੰ ਛੱਡ ਕੇ ਬਿਗਾਨਿਆਂ ਨਾਲ ਸਾਂਝ ਰੱਖਣਗੇ, ਆਪਦਿਆਂ ਨਾਲ ਨਫ਼ਰਤ ਰੱਖਣਗੇ, ਆਪਣਿਆਂ ਨਾਲ ਮੂੰਹ ਵਿੰਗਾ ਰੱਖਣਗੇ, ਆਪਦਿਆਂ ਦਾ ਬੁਰਾ ਸੋਚਣਗੇ, ਦੂਜਿਆਂ ਤੱਕ ਗਾਂਹ ਤੱਕ ਪਹੁੰਚਣਗੇ। ਇਹ ਕਲਯੁਗ ਦੇ ਭਾਈਚਾਰਾ ਹੈ, ਇਹ ਕਲਯੁਗ ਦੀ ਭਰਪੀ ਹੈ ਕਿ ਆਪਣਿਆਂ ਦਾ ਬੁਰਾ ਕਰਨਗੇ। ਜਿਹੜਾ ਅਗਲਾ ਕੌਤਕ, ਕਲਯੁਗ ਦੇ ਰਾਜੇ, ਕਲਯੁਗ ਦੇ ਧਰਮੀ ਦੇਵਤੇ ਜਿਹੜੇ ਬਣੇ ਹੋਏ ਨੇ, ਕਲਯੁਗ ਦੇ ਲੋਕ, ਮਾਂ ਬਾਪ ਧੀਆਂ ਦਾ ਪੈਸਾ ਖਾਣਗੇ, ਕਲਯੁਗ ਦਾ ਭਾਈਚਾਰਾ। ਤੇ ਪੰਜਵਾਂ ਆ ਗਿਆ ਕਿ ਜਿਹੜਾ ਵੱਡਾ ਪਹਾੜ ਰੁੜਿਆ ਆ ਰਿਹਾ ਸੀ ਨਾ, ਉਹ ਕਲਯੁਗ ਦਾ ਵੱਡਾ ਪਹਾੜ ਹੈ, ਜਿੰਨੇ ਸਾਰੇ ਬ੍ਰਿਸ਼ ਬੜੇ ਵੱਡੀਆਂ ਰੁਕਾਵਟਾਂ ਤੋੜਤੀਆਂ, ਇਹ ਸਭ ਕੁਝ ਰੋੜ ਕੇ ਲੈ ਜਾਏਗਾ। ਤੇ ਜਿਹੜਾ ਆਣ ਕੇ ਇੱਕ ਤੀਲੇ ਦੇ ਇੱਕ ਛੋਟੇ ਬ੍ਰਿਸ਼ ਦੇ ਸਹਾਰੇ ਖੜ ਗਿਆ, ਜਿਹੜੇ ਮਹਾਂਪੁਰਖ, ਜਿਹੜੇ ਗੁਰਮੁਖ ਸੱਚਾ ਨਾਮ ਜਪਣਗੇ ਹਿਰਦੇ ਨਾਲ, ਉਹਨਾਂ ਨੂੰ ਕਲਯੁਗ ਵਿਗਾੜ ਨਹੀਂ ਸਕੇਗਾ, ਭਾਰੇ ਕਮਜ਼ੋਰ ਹੀ ਨਜ਼ਰ ਆਉਣਗੇ। ਕਲਯੁਗ ਦੇ ਵਿੱਚ ਨਾਮ ਜਪਣ ਵਾਲੇ ਦੀ, ਸੱਚੀ ਬੰਦਗੀ ਕਰਨ ਵਾਲੇ ਦੀ, ਸੱਚੀ ਸੇਵਾ ਕਰਨ ਵਾਲੇ ਦੀ ਕਲਯੁਗ ਦਾ ਪਹਾੜ ਰੁਕ ਜਾਏਗਾ, ਵਿਗਾੜ ਨਹੀਂ ਸਕੇਗਾ। ਇਹ ਜਦੋਂ ਪੰਜੇ ਕੌਤਕ ਪੰਜਾਂ ਭਰਾਵਾਂ ਨੇ ਦੇਖੇ, ਹੁਣ ਭਗਵਾਨ ਕ੍ਰਿਸ਼ਨ ਤੋਂ ਉਸ ਯੁੱਗ ਦਾ ਕੋਈ ਵੱਡਾ ਹੋ ਸਕਦਾ ਹੈ? ਉਹਨਾਂ ਦੇ ਪੰਜਾਂ ਪਾਂਡਵਾਂ ਤੋਂ ਕੋਈ ਵੱਡਾ ਹੋ ਸਕਦਾ ਹੈ ਭਗਤ? ਪਰ ਪੰਜਾਂ ਨੇ ਉਸੇ ਸਮੇਂ, ਜਿਵੇਂ ਅੱਜ ਬਾਬਾ ਰਾਮ ਸਿੰਘ ਜੀ ਨੇ ਆਪਣੀ ਆਤਮ ਹੱਤਿਆ ਦਾ, ਆਪਣੇ ਪ੍ਰਾਣ ਦੇਣ ਦਾ ਪਰਨ ਕਰ ਲਿਆ, ਉਹਨਾਂ ਪੰਜਾਂ ਭਰਾਵਾਂ ਨੇ ਵੀ ਕਿਹਾ ਸੀ ਰਾਜ ਛੱਡਿਆ। ਐਸਾ ਪਾਪੀ ਰਾਜ ਕਰੀਏ? ਅਸੀਂ ਨਹੀਂ ਕਰਨਾ ਭਗਵਾਨ, ਅਸੀਂ ਇਹ ਰਾਜ ਨਹੀਂ ਕਰਨਾ। ਇਹੋ ਜਿਹੇ ਪੰਡਤ ਕਾਜੀ ਧਰਮੀ ਆਗੂ ਅਸੀਂ ਨਹੀਂ ਦੇਖਣਾ ਚਾਹੁੰਦੇ। ਇਹੋ ਜਿਹੀ ਪ੍ਰਜਾ, ਮਾਂ ਬਾਪ, ਭੈਣ ਭਾਈ ਨਹੀਂ ਅਸੀਂ ਦੇਖਣੇ ਚਾਹੁੰਦੇ। ਇਸ ਕਰਕੇ ਸਾਨੂੰ ਦਿਓ ਆਗਿਆ, ਅਸੀਂ ਸਾਰਿਆਂ ਭਰਾਵਾਂ ਨੇ ਪਹਾੜਾਂ ਵਿੱਚ ਆਪਣੀ ਆਤਮ ਦਾਹ ਕਰ ਲੈਣੀ। ਆਖੋ ਸੀ ਅਸੀਂ ਨਹੀਂ ਰਹਿਣਾ ਸੰਸਾਰ 'ਚ। ਇਹ ਆ ਜਿਹੜੇ ਮਹਾਂਪੁਰਸ਼ ਵੇਖ ਕੇ ਝੱਲ ਨਹੀਂ ਸਕਦੇ, ਆਪਣਾ ਆਪ ਕੁਰਬਾਨ ਕਰ ਦਿੰਦੇ ਆ। ਜਿਹੜੇ ਹਿੰਦੁਸਤਾਨ ਦੇ ਜਾਂ ਕੋਈ ਵੀ ਲੋਕ ਕਹਿਣ ਕਿ ਸੰਤਾਂ ਨੇ ਖੁਦਕਸ਼ੀ ਕੀਤੀ, ਖੁਦਕਸ਼ੀ ਨਹੀਂ, ਪੰਜਾਂ ਪਾਂਡਵਾਂ ਨੇ ਖੁਦਕਸ਼ੀ ਨਹੀਂ ਕੀਤੀ ਸੀ। ਪੰਜਾਂ ਪਾਂਡਵਾਂ ਨੇ ਆਤਮ ਦਾਹ ਨਹੀਂ ਕੀਤਾ ਸੀ ਦ੍ਰੋਪਦੀ ਸਮੇਤ। ਨਹੀਂ ਪਾਪ ਦੇਖ ਸਕੇ, ਨਹੀਂ ਪਾਪ ਦੇਖ ਸਕੇ ਤੇ ਮਹਾਂਪੁਰਸ਼ ਵੀ ਆਪਣੀ ਸ਼ਹਾਦਤ ਦੇ ਦਿੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਕੌਤਕ ਕੀਤਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਵੇਂ ਭਾਣਾ ਤਿਆਗਿਆ ਸੀ, ਰਾਵੀ ਦੇ ਵਿੱਚ ਚੁੱਭੀ ਲਾਈ ਸੀ, ਇਹਨਾਂ ਪਾਪੀਆਂ ਦੇ ਕਰਕੇ। ਇਹ ਖੁਦਕਸ਼ੀ ਨਹੀਂ ਹੁੰਦੀ, ਇਹ ਆਤਮ ਹੱਤਿਆ ਨਹੀਂ ਹੁੰਦੀ, ਇਹ ਉਹਨਾਂ ਦੀ ਕੁਰਬਾਨੀ। ਕਿਉਂਕਿ ਉਹ ਬੰਦਗੀ ਵਾਲੇ ਸੀ, ਨਾਮ ਜਪਣ ਵਾਲੇ ਸੀ। ਉਹ ਕਦੀ ਵੀ ਗੁਰੂ ਸਾਹਿਬ ਦੀ ਆਗਿਆ ਤੋਂ ਬਗੈਰ ਤੁਰਦੇ ਨਹੀਂ ਸੀ। ਇਸ ਕਰਕੇ ਹੋਰ ਕਿਸੇ ਨੂੰ ਨਹੀਂ ਮੈਂ ਕਹਿੰਦਾ ਇਹੋ ਜਿਹੇ ਕੰਮ ਕਰੋ, ਬਿਲਕੁਲ ਨਾ ਕਰੋ। ਇਹ ਆਤਮ ਹੱਤਿਆ ਹੁੰਦੀ ਏ, ਖੁਦਕਸ਼ੀ ਹੁੰਦੀ ਏ। ਇਹਦੇ ਨਾਲ
ਕਿਸੇ ਦੀ ਕਲਿਆਣ ਨਹੀਂ ਹੁੰਦੀ। ਮਹਾਂਪੁਰਖ ਦੇ ਨਾਲ ਆਮ ਬੰਦਾ ਨਹੀਂ ਮਿਲ ਸਕਦਾ। ਕਦੀ ਵੀ ਇਹੋ ਜਿਹੀ ਸੁਸਾਈਡ ਕਹਿੰਦੇ ਜਾਂ ਆਤਮ ਹੱਤਿਆ ਕਹਿੰਦੇ, ਇਹੋ ਜਿਹਾ ਕੰਮ ਕਦੀ ਨਹੀਂ ਕਰਨਾ ਚਾਹੀਦਾ ਜ਼ਿੰਦਗੀ 'ਚ। ਇਹ ਦੁਨੀਆ ਵਾਸਤੇ ਸੇਧ ਹੈ। ਪਰ ਉਹ ਮਹਾਂਪੁਰਸ਼ ਜਿਹੜੇ ਸੀ ਉਹ ਹੁਕਮਨਾਮਾ ਲੈ ਕੇ ਚੱਲਦੇ ਸੀ, ਆਗਿਆ ਲੈ ਕੇ ਚੱਲਦੇ ਸੀ। ਤੇ ਕੱਲ੍ਹ ਵੀ ਉਹਨਾਂ ਨੇ ਪੁੱਛੋ ਸਾਹਿਬ ਇੱਕ ਸੇਵਾਦਾਰ ਨੂੰ ਭੇਜਿਆ ਸੀ, ਉਹ ਆਪਦਾ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਇਆ ਸੀ। ਉਹ ਉਹਨਾਂ ਦੀ ਅਵਸਥਾ ਇੱਥੋਂ ਪ੍ਰਸ਼ਾਦਾ ਮੰਗਾ ਕੇ ਛਕਿਆ ਆਖਰੀ ਪੁੱਛੋ ਸਾਹਿਬ ਤੋਂ। ਉਹਨਾਂ ਦੀ ਆਪਣੀ ਅਵਸਥਾ ਸੀ, ਉਹਨਾਂ ਦੀ ਆਪਣੀ ਭਾਵਨਾ ਸੀ। ਤੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹ ਹੁਕਮ ਦੇ ਵਿੱਚ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਮਾਤਾ ਜੀਤੋ ਜੀ ਨੂੰ ਸਾਰਾ ਦ੍ਰਿਸ਼ ਦਿਸ ਪਿਆ ਕਿ ਅਨੰਦਪੁਰ ਛੱਡਣਾ ਪੈਣਾ ਹੈ, ਸਿੱਖਾਂ ਦੀਆਂ ਸ਼ਹੀਦੀਆਂ ਹੋਣੀਆਂ ਨੇ, ਪਰਿਵਾਰ ਖੇਰੂ ਖੇਰੂ ਹੋ ਜਾਣਾ ਹੈ, ਬੱਚਿਆਂ ਦੀਆਂ ਸ਼ਹਾਦਤਾਂ ਹੋ ਜਾਣੀਆਂ, ਸਾਰੇ ਸਾਹਿਬਜ਼ਾਦਿਆਂ ਦੀਆਂ। ਸਾਰਾ ਕੁਝ ਦ੍ਰਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਗੇ ਪੈਰੀਂ ਫਟਿਆ ਜਾਮਾ ਤੇ ਜੰਗਲ ਦੇ ਵਿੱਚ ਜਾਣਾ ਹੈ। ਇਹ ਸਾਰਾ ਕੁਝ ਦੇਖ ਕੇ ਮਾਤਾ ਜੀਤੋ ਜੀ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ, ਮਹਾਰਾਜ ਆ ਕੁਝ ਦ੍ਰਿਸ਼, ਇਹ ਕੁਝ ਹੋਏਗਾ? ਤੇ ਗੁਰੂ ਸਾਹਿਬ ਕਹਿਣ ਲੱਗੇ, ਭਾਣਾ ਇਹੀ ਕੁਝ ਹੀ ਹੋਏਗਾ, ਇਸੇ ਤਰ੍ਹਾਂ ਹੀ ਹੋਏਗਾ। ਇਹ ਗੁਰੂ ਦੀ ਰਜ਼ਾ ਹੈ, ਭਾਣਾ ਹੈ, ਜੋ ਹੋਣਾ ਹੈ ਉਹ ਹੋਣਾ ਹੀ। ਫਿਰ ਉਹਨਾਂ ਨੇ ਕਿਹਾ, ਮਹਾਰਾਜ ਮੈਂ ਨਹੀਂ ਦੇਖ ਸਕਦੀ, ਆਪਣੇ ਜਨਮੇ ਹੋਏ ਬੱਚਿਆਂ ਦਾ ਮੈਂ ਇਹ ਕੋਈ ਦੇਖ ਨਹੀਂ ਸਕਦੀ, ਤੁਹਾਡਾ ਨਹੀਂ ਦੇਖ ਸਕਦੀ, ਮਾਤਾਵਾਂ ਦਾ ਨਹੀਂ ਦੇਖ ਸਕਦੀ, ਮਾਤਾ ਗੁਜਰੀ ਦਾ ਨਹੀਂ ਦੇਖ ਸਕਦੀ, ਇਹ ਸਭ ਕੁਝ ਮੈਂ ਨਹੀਂ ਵੇਖ ਸਕਦੀ। ਉਹਨਾਂ ਨੇ ਫਿਰ ਆਪਣੇ ਪ੍ਰਾਣ ਦੇ ਦਿੱਤੇ। ਆਖੋ ਸ੍ਰੀ ਵਾਹਿਗੁਰੂ। ਇਹ ਆਤਮ ਹੱਤਿਆ ਨਹੀਂ ਹੁੰਦੀ, ਖੁਦਕਸ਼ੀ ਨਹੀਂ ਹੁੰਦੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਬਾ ਟੱਲ ਜੀ ਨੂੰ ਝਿੜਕ ਮਾਰੀ, ਜਿਨ੍ਹਾਂ ਨੇ ਖੂੰਡੀ ਪਾ ਕੇ ਗਲ 'ਚ ਮਰੇ ਹੋਏ ਮੋਹਨ ਨੂੰ ਜਵਾ ਦਿੱਤਾ। ਆ ਸਾਡੇ ਨਾਲ ਖੇਡ ਆਣ ਕੇ ਮਰੇ ਹੁਣ ਜਵਾਤਾ, ਭਾਣੇ ਦੇ ਉਲਟ ਕੀਤਾ। ਤੇ ਛੇਵੇਂ ਪਾਤਸ਼ਾਹ ਨਾਰਾਜ਼ ਹੋਏ, ਰੱਬ ਦੀ ਰਜ਼ਾ ਦੇ ਭਾਣੇ ਦੇ ਉਲਟ ਕਿਉਂ ਕੰਮ ਕੀਤਾ, ਤੁਸੀਂ ਮਰੇ ਨੂੰ ਕਿਉਂ ਜਵਾਇਆ? ਇਹ ਦੋ ਕਿਰਪਾਨਾਂ ਨਹੀਂ ਮਿਆਨ 'ਚ ਪੈ ਸਕਦੀਆਂ। ਬਾਬਾ ਟੱਲ ਜੀ ਉੱਥੇ ਜਾ ਕੇ ਆਪਣੇ ਪ੍ਰਾਣ ਦੇ ਦਿੱਤੇ, ਸਰੀਰ ਤਿਆਗ ਦਿੱਤਾ। ਕਿ ਇਹ ਖੁਦਕਸ਼ੀ ਕਰ ਲਈ, ਇਹ ਆਤਮ ਹੱਤਿਆ ਕਰ ਲਈ। ਇਸ ਕਰਕੇ ਮਹਾਂਪੁਰਸ਼ ਜੋ ਵੀ ਹੁਕਮ ਅਨੁਸਾਰ ਕਰਦੇ ਆ, ਉਹ ਮਨਮਰਜ਼ੀਆਂ ਨਾਲ ਨਹੀਂ, ਆਤਮ ਹੱਤਿਆ ਖੁਦਕਸ਼ੀ ਲੋਕ ਕਰਦੇ ਆ, ਜਿਸ ਦਾ ਅਸਰ ਜਿੰਦਾ ਕੋਈ ਚੰਗਾ ਨਹੀਂ ਹੁੰਦਾ, ਕਲਿਆਣ ਨਹੀਂ ਹੁੰਦੀ। ਖੁਦਕਸ਼ੀ ਤੇ ਕੀਤਿਆਂ ਗੁਰੂ ਸਾਹਿਬ ਇਹਨੂੰ ਪ੍ਰਵਾਨਗੀ ਨਹੀਂ ਦਿੰਦੇ, ਇਹ ਵੀ ਇੱਕ ਪਾਪ ਹੈ। ਪਰ ਮਹਾਂਪੁਰਸ਼ ਹੁਕਮ ਅਨੁਸਾਰ, ਆਗਿਆ ਅਨੁਸਾਰ ਕਰਦੇ। ਭਾਂਡਾ ਜਿਵੇਂ ਮਰਜ਼ੀ ਭੰਨ ਦਿਓ, ਕਹਿੰਦੇ ਠੀਕਰ ਫੋਰ ਦਲੀ ਸਿਰ ਪ੍ਰਾਪਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ। ਮਹਾਂਪੁਰਸ਼ ਆਪਦਾ ਜਿਹੜਾ ਭਾਂਡਾ ਹੈ ਉਹ ਕਿਸ ਤਰੀਕੇ ਵੀ ਭੰਨਣ, ਕਿਸੇ ਤਰੀਕੇ ਵੀ ਦਰਗਾਹ ਨੂੰ ਜਾਣ, ਉਹ ਨਿਰੰਕਾਰ ਦੀ ਰਜ਼ਾ ਦੇ ਵਿੱਚ ਆਉਂਦੇ ਆ, ਭਾਣੇ ਵਿੱਚ ਆਉਂਦੇ ਆ, ਭਾਣੇ ਵਿੱਚ ਜਾਂਦੇ ਆ। ਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ। ਤੇ ਸਾਰੀਆਂ ਸੰਗਤਾਂ ਨੇ ਅੱਜ ਦਾ ਕੀਰਤਨ ਸਮਾਗਮ ਉਹਨਾਂ ਮਹਾਂਪੁਰਸ਼ਾਂ ਨੂੰ ਜਿਹੜੇ ਇਸ ਘਰ ਦੇ ਬਹੁਤ ਹੀ ਪ੍ਰੀਤਵਾਨ ਸੀ, ਮੁੜ ਤੋਂ ਲੈ ਕੇ ਸਾਡੇ ਨਾਲ ਅਸੀਂ ਇਕੱਠੇ ਰਹੇ ਹਾਂ, ਉਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਹੈ। ਤੇ ਸਾਰੇ ਸੰਗੀਆਂ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਬਲ ਬਖਸ਼ਣ। ਅਸੀਂ ਲੋਕਾਂ ਵਰਗੇ ਨਹੀਂ ਕਿ ਅਸੀਂ ਖਰਾਬੀਆਂ ਕਰਾਂਗੇ, ਉਜਾੜੇ ਕਰਾਂਗੇ, ਨੁਕਸਾਨ ਕਰਾਂਗੇ। ਭਾਣਾ ਹੈ ਪਰਮੇਸ਼ਰ ਦਾ ਭਾਣਾ ਹੈ। ਜਿਹੜਾ ਇਸ ਨੂੰ ਭਾਣਾ ਮੰਨਦਾ ਉਹ ਕਦੇ ਵੀ ਕੁਝ ਨਹੀਂ ਕਰੇਗਾ।
ਉਹ ਭਾਣਾ ਮੰਨਣ ਵਾਲਾ ਭਾਣੇ ਦੇ ਵਿੱਚ ਹੀ ਰਹੇਗਾ। ਸਾਰੀਆਂ ਸੰਗਤਾਂ ਨੂੰ ਹੁਕਮ ਹੈ ਭਾਣਾ ਮੰਨਣ ਦਾ, ਤੇ ਭਾਣੇ ਵਿੱਚ ਹੀ ਰਹਿਣਾ ਹੈ। ਆਓ ਇੱਕ ਧਾਰਨਾ ਲਾ ਕੇ ਫਿਰ ਆਪਾਂ ਸਮਾਪਤੀ ਕਰਾਂਗੇ, ਹੁਕਮਨਾਮਾ ਹੋਏਗਾ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਣ। ਜੀ ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਰਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਮੇਰਾ ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਨਿਵਾਸ ਤੇਰੇ ਚਰਨਾਂ ਚ ਪ੍ਰੀ ਸਾਰੇ ਜਪੋ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਜੀ ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਸਾਰੇ ਜਪੋ ਜੀ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਹੋਵੇ ਨਿਵਾਸ ਸਾਰੇ ਜਪੋ। ਚਰਨਾਂ ਚ ਪ੍ਰੀਤਮਾ। ਮੇਰਾ ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਸਾਡਾ ਰਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਰਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਰਵੇ ਨਿਵਾਸ ਸਾਰੇ ਤੇਰੇ ਜਪੋ। ਚਰਨਾਂ ਚ ਪ੍ਰੀਤਮਾ, ਰਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਮੇਰੀ ਇਹੋ ਅਰਦਾਸ ਤੇਰੇ ਚਰਨਾਂ ਚ ਪ੍ਰੀਤ, ਮੈਨੂੰ ਰੱਖਣਾ ਜੀ ਪਾਸ ਤੇਰੇ ਚਰਨਾਂ ਚ ਪ੍ਰੀਤ। ਜਪੋ ਇਹੋ ਅਰਦਾਸ ਤੇਰੇ ਚਰਨਾਂ ਚ ਪ੍ਰੀਤਮਾ ਨੂੰ, ਰੱਖਣਾ ਪਾਸ ਤੇਰੇ ਚਰਨਾਂ ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਬੇਨਤੀ ਕਰਦਾ ਹੈ ਦਾਸ ਤੇਰੇ ਚਰਨਾਂ ਚ, ਤੇਰੇ ਨੇ ਸਵਾਸ ਤੇਰੇ ਚਰਨਾਂ ਚ ਪ੍ਰੀਤਮਾ। ਕਰਦਾ ਹੈ ਦਾਸ ਤੇਰੇ ਚਰਨਾਂ ਚ ਪ੍ਰੀਤਮਾ। ਮੇਰੇ ਨਿਕਲੇ ਸਵਾਸ ਤੇਰੇ, ਚਰਨਾਂ ਚ ਪ੍ਰੀਤਮਾ। ਬੇਨਤੀ ਕਰਦਾ ਹੈ ਦਾਸ ਤੇਰੇ ਚਰਨਾਂ ਚ, ਆਖਰੀ ਨਿਕਲੇ ਨਿਵਾਸ ਤੇਰੇ ਚਰਨਾਂ ਚ। ਬੇਨਤੀ ਕਰਦਾ ਹੈ ਦਾਸ ਤੇਰੇ, ਚਰਨਾਂ ਚ ਪ੍ਰੀਤਮਾ। ਆਖਰੀ ਨਿਕਲੇ ਸਵਾਸ ਤੇਰੇ ਚਰਨਾਂ ਚ ਪ੍ਰੀਤਮਾ। ਮੇਰਾ ਰਹੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਬੇਨਤੀ ਕਰਦਾ ਹੈ ਦਾਸ ਤੇਰੇ, ਚਰਨਾਂ ਚ ਪ੍ਰੀਤਮਾ। ਆਖਰੀ ਨਿਕਲੇ ਸਵਾਸ ਤੇਰੇ ਚਰਨਾਂ ਚ ਪ੍ਰੀਤਮਾ। ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ, ਹੋਵੇ ਨਿਵਾਸ ਤੇਰੇ ਚਰਨਾਂ ਚ ਪ੍ਰੀਤਮਾ। ਇਹੋ ਅਰਦਾਸ ਤੇਰੇ ਚਰਨਾਂ ਚਰਨਾਂ ਚ ਪ੍ਰੀਤਮਾ। ਸਦਾ ਰਹਿਣਾ ਤੇਰੇ ਪਾਸ
ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਜੀ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਮੇਰੀ ਇਹੋ ਅਰਦਾਸ ਤੇਰੇ ਚਰਨਾਂ 'ਚ ਸਦਾ ਰਹਿਣਾ ਤੇਰੇ ਪਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਤੇਰੇ ਦੁੱਖਾਂ ਦਾ ਕਰੀ ਨਾਸ ਤੇਰੇ ਚਰਨਾਂ 'ਚ ਸਾਰੇ ਦੁੱਖਾਂ ਦਾ ਹੋਏ ਨਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ 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 ਤੇਰੇ ਚਰਨਾਂ 'ਚ ਪ੍ਰੀਤਮਾ ਓ ਚਰਨਾਂ 'ਚ ਪ੍ਰੀਤਮਾ ਚਰਨਾਂ 'ਚ ਬੋਲੋ ਚਰਨਾਂ 'ਚ ਪ੍ਰੀਤਮਾ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਮੇਰਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਹੋਵੇ ਨਿਵਾਸ ਤੇਰੇ ਚਰਨਾਂ 'ਚ ਪ੍ਰੀਤਮਾ ਵਾਹਿਗੁਰੂ ਹਰਿ ਜਸ ਗਾਇਓ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਗਾਇਓ ਸੰਤ ਜਨਾ ਮਿਲ ਹਰਿ ਜਸ ਗਾਇਓ ਸੰਤ ਜਨਾ ਮਿਲ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਜੀ ਗੁਰ ਪ੍ਰਸਾਦ ਨਾਨਕ ਮਤ ਪਾਈ ਮੇਰਾ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ